सत श्री अकाल दोस्तों, स्वागत आ उड़ान इंस्टीट्यूट बठिंडा दे विच। तुहानूं पता ही है कि आपां हिस्टरी नूं लैके लैक्चर सीरीज़ चला रहे हैं, तो अज उस सीरीज़ दे विच अगले लैक्चर दे विच असीं मिले हैं। पिछले 2 तो 3 लैक्चर लगे ने हिस्टरी दे, जिस दे विच पहले लैक्चर दे विच आपां मास्टर केडर ते लैक्चरर केडर दे सिलेबस नूं डिस्कस कीता सी। दूसरे लैक्चर दे विच असीं जाण पछाण कीती सी हिस्टरी दे नाल, जो साडा सबजैक्ट आ उसका कंटेंट किहो जिहा, हिस्टरी एक्चुअल दे विच है की, सबजैक्ट की आ, तो साडी जाण पछाण सी उस दे नाल। कल वाले लैक्चर दे विच असीं जो हिस्टरी दा, इंडियन हिस्टरी दा बेसिक ते सब तो फस्ट कंसैप्ट आ स्टोन एज, जिसनूं असीं पत्थर युग कहने आ, तां पत्थर युग बारे आपां गल कीती सी। जिवें आपां कल दे लैक्चर च भी गल कीती सी कि पत्थर युग बेसिकली साडे सिलेबस दे विच नहीं है, है ना, पर वो असीं लैक्चर तां करके डिस्कस किया कि असीं बेस देना चाह रहे हांगे इंडस वैली सिविलाइजेशन नूं। तां साडे सिलेबस दे विच जिहड़ा पहला कंसैप्ट आ, साडा फस्ट जो चैप्टर आ वो इंडस वैली सिविलाइजेशन आ। ते अज दे इस लैक्चर दे विच तुसीं कह सकदे हो कि आपां इंडस वैली सिविलाइजेशन दी शुरुआत कर रहे हैं, जां फिर तुहाडे सिलेबस दे अकॉर्डिंग आपां सिलेबस की शुरुआत कर रहे हैं। अज आपां फस्ट लैक्चर ला रहे हैं तुहाडे सिलेबस के अकॉर्डिंग। तो चलो जी, तुहाडे सिलेबस दे विच जिहड़ा सब तो पहला कंसैप्ट हैगा वो है जी इंडस वैली सिविलाइजेशन। इंडस वैली सिविलाइजेशन नूं तुसीं सिंधु घाटी की सभ्यता कहने हो। सिंधु घाटी की सभ्यता क्योंकि सिंध इंडस एक दरिया सी, ਉਹਦੇ ਦਰਿਆ ਦੇ ਨਾਲ ਸੰਬੰਧਿਤ ਹੋਰ ਬੜੇ ਸਾਰੇ ਦਰਿਆ ਨੇ, ਜਿਵੇਂ ਜੇਹਲਮ, ਰਾਵੀ, ਚਨਾਬ। ਜਿਹੜੀ ਸੱਭਿਅਤਾ ਇਹਨਾਂ ਦਰਿਆਵਾਂ ਦੇ ਕੰਢਿਆਂ ਤੇ ਵਸੀ ਹੋਈ ਸੀ ਉਸ ਨੂੰ ਅਸੀਂ ਇੰਡਸ ਵੈਲੀ ਸਿਵਲਾਈਜੇਸ਼ਨ ਬੋਲਦੇ ਹਾਂ, ਹੈ ਨਾ। ਵੈਸੇ ਤਾਂ ਇਹਦੇ ਕਈ ਸਾਰੇ ਨਾਮ ਨੇ ਜਿਨ੍ਹਾਂ ਨੂੰ ਆਪਾਂ ਅੱਗੇ ਚੱਲ ਕੇ ਡਿਸਕਸ ਵੀ ਕਰਾਂਗੇ, ਜਿਵੇਂ ਕਿ ਇੰਡਸ ਵੈਲੀ ਸਿਵਲਾਈਜੇਸ਼ਨ, ਹੜੱਪਾ ਸੱਭਿਅਤਾ, ਮੋਹਨਜੋਦਾਰੋ ਸੱਭਿਅਤਾ, ਕਾਂਸਾ ਯੁੱਗ ਵਗੈਰਾ ਵਗੈਰਾ ਵਗੈਰਾ, ਕਈ ਸਾਰੇ ਨਾਮ ਨੇ। ਤਾਂ ਚਲੋ ਜੀ, ਜਿਵੇਂ ਆਪਾਂ ਕੱਲ੍ਹ ਦੇ ਲੈਕਚਰ 'ਚ ਗੱਲ ਕੀਤੀ ਆ ਕਿ 1921 ਤੋਂ ਪਹਿਲਾਂ 1921 ਤੋਂ ਪਹਿਲਾਂ ਜਿਹੜੀ ਇੰਡੀਆ ਦੀ ਪਹਿਲੀ ਸਿਵਲਾਈਜੇਸ਼ਨ ਸੀ ਉਹ ਵੈਦਿਕ ਸਿਵਲਾਈਜੇਸ਼ਨ ਸੀ। ਉਹ ਸਿਵਲਾਈਜੇਸ਼ਨ, ਉਹ ਸੱਭਿਅਤਾ ਜਿਸ ਦਾ ਗਿਆਨ ਸਾਨੂੰ ਚਾਰੋਂ ਗ੍ਰੰਥਾਂ ਤੋਂ ਮਿਲਦਾ। ਪਰ 1921 ਦੇ ਵਿੱਚ, 21 ਤੇ 22 ਦੇ ਵਿੱਚ ਤੁਸੀਂ ਜਾਣਦੇ ਹੋ ਕਿ ਹੜੱਪਾ ਤੇ ਮੋਹਨਜੋਦਾਰੋ ਨਵੇਂ ਸ਼ਹਿਰਾਂ ਨੂੰ ਖੋਜਿਆ ਗਿਆ ਤੇ ਉਸ ਤੋਂ ਦਿਆਰਾਮ ਸਾਹਨੀ ਤੇ ਰਖਲਦਾਸ ਬੈਨਰਜੀ ਨੇ, ਉਸ ਤੋਂ ਬਾਅਦ ਇੱਕ ਨਵੀਂ ਸੱਭਿਅਤਾ ਸਾਡੇ ਸਾਹਮਣੇ ਆਈ। ਤੇ ਫਿਰ ਅਸੀਂ ਕੀ ਕਿਹਾ ਕਿ ਇੰਡੀਆ ਦੀ ਫਸਟ ਸਿਵਲਾਈਜੇਸ਼ਨ ਆ ਜੋ ਉਹ ਇੰਡਸ ਵੈਲੀ ਸਿਵਲਾਈਜੇਸ਼ਨ ਆ। ਪੱਥਰ ਯੁੱਗ ਸਿਵਲਾਈਜੇਸ਼ਨ ਨਹੀਂ ਸੀ, ਉਹ ਲੋਕਾਂ ਦਾ ਵਾਸਾ ਸੀ, ਪਰ ਅਜੇ ਸੱਭਿਅਤਾ ਦਾ ਰੂਪ ਉਹਨਾਂ ਨੇ ਨਹੀਂ ਲੈਤਾ ਸੀ। ਤਾਂ ਚਲੋ ਜੀ, ਸਭ ਤੋਂ ਪਹਿਲਾਂ ਆਪਾਂ ਅੱਜ ਦੇ ਲੈਕਚਰ ਦੀ ਜਿੱਥੋਂ ਸ਼ੁਰੂਆਤ ਕਰਾਂਗੇ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਤੱਕ ਅਸੀਂ ਪਹੁੰਚੇ ਕਿਵੇਂ ਸਾਨੂੰ ਇਸ ਸੱਭਿਅਤਾ ਦਾ ਪਤਾ ਲੱਗਿਆ। ਤਾਂ ਆਪਾਂ ਅੱਜ ਦੇ ਲੈਕਚਰ ਦੀ ਉੱਥੋਂ ਹੀ ਸ਼ੁਰੂਆਤ ਕਰਾਂਗੇ। ਇੱਕ ਨਾਮ ਆਉਂਦਾ ਜੀ ਅੰਗਰੇਜ਼ ਅਧਿਕਾਰੀ ਦਾ, ਚਾਰਲਸ ਮੈਸਨ। 1826 ਦੇ ਵਿੱਚ ਸਭ ਤੋਂ ਜਿਹੜੀ ਇਸ ਸੱਭਿਅਤਾ ਬਾਰੇ ਪਹਿਲੀ ਜਾਣਕਾਰੀ ਦਿੱਤੀ ਜਾਂਦੀ ਆ ਚਾਰਲਸ ਮੈਸਨ ਦੁਆਰਾ ਦਿੱਤੀ ਜਾਂਦੀ ਹੈ ਜੀ 1826 ਦੇ ਵਿੱਚ। ਉਹ ਜਿਹੜਾ ਹੈਗਾ ਉਦੋਂ ਗੌਰਮੈਂਟ ਜਿਹੜੀ ਰੇਲਵੇ 'ਤੇ ਅਜੇ ਪਲੈਨਿੰਗਸ ਕਰ ਰਹੀ ਸੀ ਆਪਦੀਆਂ ਇੰਡੀਆ ਦੇ ਵਿੱਚ, ਹੈ ਨਾ। ਤਾਂ ਉਹ ਖੁਦਾਈਆਂ ਹੋ ਰਹੀਆਂ ਸੀ ਕਈ ਜਗ੍ਹਾ ਤੋਂ, ਤਾਂ ਉੱਥੋਂ ਉਹਨਾਂ ਨੂੰ ਚਾਰਲਸ ਮੈਸਨਸ ਨੂੰ ਕੁਛ ਕੁ ਬਰਤਨ, ਕੁਛ ਮੋਹਰਾਂ ਮਿਲੀਆਂ ਅਤੇ ਚਾਰਲਸ ਮੈਸਨ ਨੇ ਇਸ ਚੀਜ਼ ਨੂੰ ਨੋਟਿਸ ਕੀਤਾ। ਉਹਨੇ ਰਿਪੋਰਟ ਕੀਤੀ ਵੀ ਕਿ ਖੁਦਾਈ ਦੇ ਦੌਰਾਨ ਜਿਹੜੀਆਂ ਕੁਛ ਮੋਹਰਾਂ ਜਾਂ ਕੁਛ ਬਰਤਨ ਮਿਲੇ ਨੇ, ਠੀਕ ਹੈ ਜੀ। ਪਰ ਅਜੇ ਤੱਕ ਉਹਦੇ 'ਤੇ ਕੰਮ ਜਿਹੜਾ ਹੈਗਾ ਜ਼ਿਆਦਾ ਨਹੀਂ ਹੋਇਆ। ਫਿਰ ਨੈਕਸਟ ਹੈਗਾ ਜੀ ਸਾਡੇ ਕੋਲ ਨਾਮ ਆਉਂਦਾ ਜਿਹੜਾ ਬਹੁਤ ਇੰਪੋਰਟੈਂਟ ਨਾਮ ਆ, ਅਲੈਗਜ਼ੈਂਡਰ ਕਨਿੰਗਮ ਦਾ। ਅਲੈਗਜ਼ੈਂਡਰ ਕਨਿੰਗਮ ਨੇ 1863 ਦੇ ਵਿੱਚ ਅਲੈਗਜ਼ੈਂਡਰ ਕਨਿੰਗਮ ਨੂੰ 53 ਦੇ ਵਿੱਚ 1853 ਦੇ ਵਿੱਚ ਅਲੈਗਜ਼ੈਂਡਰ ਕਨਿੰਗਮ ਨੂੰ ਜਦੋਂ ਇੰਡੀਆ ਦੇ ਵਿੱਚ ਰੇਲਵੇ ਦਾ ਕੰਮ ਚੱਲ ਰਿਹਾ ਸੀ ਤਾਂ ਹੜੱਪਾ ਦੀ ਜਗ੍ਹਾ ਤੋਂ ਕੁਛ ਮੋਹਰਾਂ ਮਿਲੀਆਂ, ਠੀਕ ਹੈ ਜੀ। ਅਲੈਗਜ਼ੈਂਡਰ ਕਨਿੰਗਮ ਨੇ ਇਹਦੇ 'ਤੇ ਖਾਸ ਧਿਆਨ ਦਿੱਤਾ ਕਿ ਇਹ ਕੀ ਚੀਜ਼ ਹੈ ਜੋ ਸਾਨੂੰ ਮਿਲ ਰਿਹਾ, ਹੈ ਨਾ। ਤਾਂ ਅਲੈਗਜ਼ੈਂਡਰ ਕਨਿੰਗਮ ਨੇ ਨੂੰ 1853 ਦੇ ਵਿੱਚ ਹੜੱਪਾ ਦੀ ਜਗ੍ਹਾ ਤੋਂ ਮੋਹਰਾਂ ਮਿਲ ਗਈਆਂ, ਕਿਉਂਕਿ ਇੰਡੀਆ ਦੇ ਵਿੱਚ ਉਦੋਂ ਰੇਲਵੇ ਦਾ ਕੰਮ ਚੱਲ ਰਿਹਾ ਸੀ ਤਾਂ ਖੁਦਾਈਆਂ ਹੋ ਰਹੀ ਸੀ, ਉਹਨਾਂ ਖੁਦਾਈਆਂ ਦੇ ਦੌਰਾਨ ਇਹ ਮੋਹਰਾਂ ਮਿਲੀਆਂ। ਫਿਰ ਅਲੈਗਜ਼ੈਂਡਰ ਕਨਿੰਗਮ ਨੇ ਹੀ
ਅਲੈਗਜ਼ੈਂਡਰ ਕਨਿੰਗਮ ਨੇ ਹੀ 1861 ਦੇ ਵਿੱਚ ਆਰਕੀਓਲੋਜੀਕਲ ਸਰਵੇ ਆਫ ਇੰਡੀਆ, ਆਰਕੀਓਲੋਜੀਕਲ ਸਰਵੇ ਆਫ ਇੰਡੀਆ ਜਿਸ ਨੂੰ ASI ਬੋਲਦੇ ਹਾਂ ਅਸੀਂ, ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੀ ਸਥਾਪਨਾ ਕੀਤੀ ਜੀ 1861 ਦੇ ਵਿੱਚ। ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੀ ਸਥਾਪਨਾ ਕੀਤੀ। ਉਸ ਸਮੇਂ ਜੋ ਇਹ ਡਿਪਾਰਟਮੈਂਟ ਆ ਆਰਕੀਓਲੋਜੀਕਲ ਸਰਵੇ ਆਫ ਇੰਡੀਆ ASI ਡਿਪਾਰਟਮੈਂਟ ਆ, ਇਹ 1861 ਤੱਕ ਡਿਪਾਰਟਮੈਂਟ ਆਫ ਕਲਚਰ, ਅੰਗਰੇਜ਼ ਗੌਰਮੈਂਟ ਦਾ ਇੱਕ ਡਿਪਾਰਟਮੈਂਟ ਸੀਗਾ ਡਿਪਾਰਟਮੈਂਟ ਆਫ ਕਲਚਰ, ਉਸੇ ਡਿਪਾਰਟਮੈਂਟ ਦੇ ਅਧੀਨ ਹੀ ASI ਨੂੰ ਬਣਾਇਆ ਗਿਆ ਸੀਗਾ, ਜਿਹੜਾ ਕਿ ਅਲੈਗਜ਼ੈਂਡਰ ਕਨਿੰਗਮ ਨੇ ਬਣਾਇਆ ਸੀ। ਅਲੈਗਜ਼ੈਂਡਰ ਕਨਿੰਗਮ ਨੂੰ ਫਾਦਰ ਆਫ ਇੰਡੀਅਨ ਆਰਕੀਓਲੋਜੀ ਵੀ ਕਿਹਾ ਜਾਂਦਾ, ਭਾਰਤੀ ਆਰਕੀਓਲੋਜੀ ਦਾ ਫਾਦਰ ਆਫ ਇੰਡੀਅਨ ਆਰਕੀਓਲੋਜੀ ਅਲੈਗਜ਼ੈਂਡਰ ਕਨਿੰਗਮ ਨੂੰ ਕਿਹਾ ਜਾਂਦਾ। ਠੀਕ ਹੈ ਜੀ। ਤਾਂ ASI ਦੀ ਸਥਾਪਨਾ ਹੁੰਦੀ ਹੈਗੀ 1861 ਦੇ ਵਿੱਚ ਡਿਪਾਰਟਮੈਂਟ ਆਫ ਕਲਚਰ ਦੇ ਅਧੀਨ। 1871 ਦੇ ਵਿੱਚ 1871 ਦੇ ਵਿੱਚ ਇਸ ASI ਨੂੰ ਡਿਪਾਰਟਮੈਂਟ ਆਫ ਕਲਚਰ ਤੋਂ ਅਲੱਗ ਕਰ ਦਿੱਤਾ ਜਾਂਦਾ ਤੇ ਇੱਕ ਅਲੱਗ ਡਿਪਾਰਟਮੈਂਟ ਬਣਾ ਦਿੱਤਾ ਜਾਂਦਾ। ਠੀਕ ਹੈ ਜੀ, ਇੱਥੋਂ ਤੱਕ ਕਲੀਅਰ ਆ। ਇੱਥੇ ਕੀ ਆਪਾਂ ਕੀ ਗੱਲ ਕੀਤੀ ਆ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਜਦੋਂ ਖੋਜ ਹੈ ਨਾ ਡਿਸਕਵਰ ਹੋ ਰਹੀ ਹੈ ਸਿਵਲਾਈਜੇਸ਼ਨ, ਤਾਂ ਸਭ ਤੋਂ ਪਹਿਲਾਂ ਚਾਰਲਸ ਮੈਸਨ ਨੂੰ 1826 ਦੇ ਵਿੱਚ ਸ਼ੁਰੂਆਤੀ ਦੌਰ 'ਚ ਕੁਝ ਕੁ ਚੀਜ਼ਾਂ ਮਿਲਦੀਆਂ ਨੇ ਜਿਸ ਨੂੰ ਨੋਟਿਸ ਕੀਤਾ ਗਿਆ। ਅਲੈਗਜ਼ੈਂਡਰ ਕਨਿੰਗਮ 1853 ਦੇ ਵਿੱਚ ਜਦੋਂ ਇੰਡੀਆ 'ਚ ਰੇਲਵੇ ਦਾ ਕੰਮ ਚੱਲ ਰਿਹਾ ਸੀ, ਖੁਦਾਈਆਂ ਹੋ ਰਹੀਆਂ ਸੀ, ਤਾਂ ਹੜੱਪਾ ਦੀ ਜਗ੍ਹਾ 'ਤੇ ਜਦੋਂ ਖੁਦਾਈ ਹੋ ਰਹੀ ਸੀ ਤਾਂ ਉਹਨੂੰ ਮੋਹਰਾਂ ਮਿਲੀਆਂ, ਤਾਂ ਉਹਨੇ ਨੋਟਿਸ ਕੀਤਾ ਵੀ ਆਹ ਕੁਛ ਅਲੱਗ ਚੀਜ਼ ਹੈਗੀ, ਇਹ ਪੁਰਾਣੀ ਚੀਜ਼ ਲੱਗ ਰਹੀ ਹੈਗੀ। 1861 ਦੇ ਵਿੱਚ ਅਲੈਗਜ਼ੈਂਡਰ ਕਨਿੰਗਮ ਨੇ ਹੀ ASI ਦੀ ਸਥਾਪਨਾ ਕੀਤੀ। ASI ਮੀਨਸ ਆਰਕੀਓਲੋਜੀਕਲ ਸਰਵੇ ਆਫ ਇੰਡੀਆ। ਪਹਿਲਾਂ ਇਸ ਡਿਪਾਰਟਮੈਂਟ ਦੀ ਸਥਾਪਨਾ ਡਿਪਾਰਟਮੈਂਟ ਆਫ ਕਲਚਰ ਦੇ ਅਧੀਨ ਹੀ ਕੀਤੀ ਗਈ ਸੀ, ਪਰ ਉਸ ਤੋਂ ਬਾਅਦ 1871 ਦੇ ਵਿੱਚ ਇਹਨੂੰ ਡਿਪਾਰਟਮੈਂਟ ਆਫ ਕਲਚਰ ਤੋਂ ਅਲੱਗ ਕਰ ਦਿੱਤਾ ਗਿਆ। ਠੀਕ ਹੈ ਜੀ, ਚਲੋ ਜੀ ਅੱਗੇ ਚੱਲਦੇ ਹਾਂ ਜੀ। 1902 ਦੇ ਵਿੱਚ ਜਦੋਂ 1902 ਦੇ ਵਿੱਚ ਜੌਨ ਮਾਰਸ਼ਲ ਨੂੰ ASI ਦਾ ਹੈੱਡ ਬਣਾਇਆ ਗਿਆ ਜੀ। ASI ਆਪਾਂ ਹੁਣੇ ਗੱਲ ਕੀਤੀ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦਾ। 1902 ਦੇ ਵਿੱਚ ਜੌਨ ਮਾਰਸ਼ਲ ਨੂੰ ASI ਦਾ ਹੈੱਡ ਬਣਾਇਆ। ਉਸ ਸਮੇਂ ਇੰਡੀਆ ਦਾ ਵਾਇਸਰਾਏ ਕੌਣ ਸੀ? ਲਾਰਡ ਕਰਜ਼ਨ ਸੀ ਜੀ। ਲਾਰਡ ਕਰਜ਼ਨ ਜਿਹਨੇ ਬੰਗਾਲ ਦੀ ਵੰਡ ਕੀਤੀ ਸੀ, ਤਾਂ ਉਸ ਸਮੇਂ ਵਾਇਸਰਾਏ ਲਾਰਡ ਕਰਜ਼ਨ ਸੀ। ਜੌਨ ਮਾਰਸ਼ਲ ਨੂੰ 1902 ਦੇ ਵਿੱਚ ਹੈੱਡ ਬਣਾਇਆ ਗਿਆ ASI ਦਾ, ਤੇ ਬਹੁਤ ਲੰਮਾ ਸਮਾਂ ਇਹ ਜਿਹੜਾ ASI ਦਾ ਹੈੱਡ ਰਿਹਾ। ਠੀਕ ਹੈ ਜੀ। ਇਸ ਸਮੇਂ ਹੁਣ ਤੁਸੀਂ ਦੇਖ ਰਹੇ ਹੋ ਕਿ ਜੋ ASI ਡਿਪਾਰਟਮੈਂਟ ਆ ਇਹਦੇ ਨਾਲ ਸੰਬੰਧਿਤ ਵੀ ਆਪਾਂ ਥੋੜ੍ਹਾ ਜੇ ਆਪਾਂ ਗੱਲ ਕਰੀਏ ਤਾਂ ਉਸ ਸਮੇਂ ਦਾ ਕਲਕੱਤਾ ਇਹਦਾ ਹੈੱਡ ਆਫਿਸ ਸੀਗਾ ਜੀ ਉਸ ਸਮੇਂ। ਅੱਜ ਕੱਲ੍ਹ ਇਹਨੂੰ ਕੋਲਕਾਤਾ ਬੋਲ ਦਿੰਦੇ ਆਪਾਂ, ਉਦੋਂ ਕਲਕੱਤਾ ਕਹਿੰਦੇ ਸੀ। ਤਾਂ ਉਸ ਸਮੇਂ ਕਲਕੱਤਾ ਹੈੱਡ ਆਫਿਸ ਸੀ ਇੰਡੀਅਨ ਮਿਊਜ਼ੀਅਮ 'ਚ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦਾ। ਠੀਕ ਹੈ ਜੀ। ਤੇ ਅੱਗੇ ਤੁਸੀਂ ਜਾਣਦੇ ਹੋ ਜਦੋਂ ਜੌਨ ਮਾਰਸ਼ਲ ASI ਦਾ ਹੈੱਡ ਬਣਦਾ ਤਾਂ ਜੌਨ ਮਾਰਸ਼ਲ ਦੇ ਅਧੀਨ ਦੋ ਲੋਕ ਕੰਮ ਕਰ ਰਹੇ ਸੀ। ਕੌਣ ਸੀ? ਇੱਕ ਤਾਂ ਦਿਆਰਾਮ ਸਾਹਨੀ, ਇੱਕ RD ਬੈਨਰਜੀ ਜਿਸ ਨੂੰ ਰਾਖਲ ਦਾਸ ਬੈਨਰਜੀ ਉਹਦਾ ਸਹੀ ਨਾਮ ਆ। ਦਿਆਰਾਮ ਸਾਹਨੀ ਨੇ 1921 ਦੇ ਵਿੱਚ ਕਾਹਦੀ ਖੋਜ ਕੀਤੀ ਬਈ? ਹੜੱਪਾ ਦੀ। ਤੇ 1922 ਦੇ ਵਿੱਚ ਰਾਖਲ ਦਾਸ ਬੈਨਰਜੀ ਨੇ ਕਾਹਦੀ ਖੋਜ ਕੀਤੀ ਬਈ? ਮੋਹਨਜਦਾਰੋ ਦੀ। ਠੀਕ ਹੈ ਜੀ। ਤਾਂ ਇੱਕ ਹਾਇਰਾਰਕੀ ਬਣ ਗਈ ਨਾ। 1902 ਦੇ ਵਿੱਚ ਜਦੋਂ ASI ਡਿਪਾਰਟਮੈਂਟ ਦਾ ਹੈੱਡ ਜੌਨ ਮਾਰਸ਼ਲ ਨੂੰ ਬਣਾਇਆ ਜਾਂਦਾ ਤਾਂ 1921 ਤੱਕ
ਇੱਕ ਜੌਨ ਮਾਰਸ਼ਲ ਦੇ ਅਧੀਨ 2 ਕਰਮਚਾਰੀ ਕੰਮ ਕਰ ਰਹੇ ਸੀ, 2 ਆਫੀਸਰ ਜੋ ਇੰਡੀਅਨ ਸੀ, ਇੱਕ ਦਿਆਰਾਮ ਸਾਹਨੀ ਤੇ ਇੱਕ ਰਾਖਲਦਾਸ ਬੈਨਰਜੀ, ਹੈ ਨਾ। ਵੈਸੇ ਤਾਂ ਲੋਕ ਬਹੁਤ ਸਾਰੇ ਕੰਮ ਕਰ ਰਹੇ ਸੀ ਹੋਰ ਵੀ, ਪਰ ਇਹਨਾਂ ਨੇ ਜਿਨ੍ਹਾਂ ਨੂੰ ਸਿੱਧੇ ਰੂਪ 'ਚ ਇਸ ਸੱਭਿਅਤਾ ਨੂੰ ਖੋਜਣ ਦਾ ਸ਼੍ਰੇਅ ਜਾਂਦਾ ਗਾ। ਤਾਂ 1921 ਦੇ ਵਿੱਚ ਦਿਆਰਾਮ ਸਾਹਨੀ ਨੇ ਹੜੱਪਾ ਸ਼ਹਿਰ ਦੀ ਖੋਜ ਕੀਤੀ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਇੱਕ ਸਿਵਲਾਈਜੇਸ਼ਨ ਸਾਹਮਣੇ ਆ ਗਈ ਸਾਡੇ। ਜਦੋਂ ਹੜੱਪਾ ਨੂੰ ਖੋਜਿਆ ਗਿਆ, ਉੱਥੇ ਘਰ ਮਿਲੇ, ਉੱਥੇ ਉੱਪਰਲੀ ਟਾਊਨ, ਨੀਚੇ ਵਾਲਾ ਟਾਊਨ ਮਿਲਿਆ, ਉੱਥੇ ਖੂਹ ਮਿਲੇ, ਉੱਥੇ ਮੋਹਰਾਂ ਮਿਲੀਆਂ, ਉੱਥੇ ਹੋਰ ਬੜੀਆਂ ਸਾਰੀਆਂ ਚੀਜ਼ਾਂ ਮਿਲੀਆਂ ਜਿਨ੍ਹਾਂ ਦਾ ਜ਼ਿਕਰ ਆਪਾਂ ਅੱਗੇ ਜਾ ਕੇ ਕਰਾਂਗੇ। ਤਾਂ ਇਸ ਤਰੀਕੇ ਨਾਲ ਹੋਇਆ ਕਿ ਦਿਆਰਾਮ ਸਾਹਨੀ ਨੂੰ ਸ਼੍ਰੇਅ ਗਿਆ ਕਿ ਉਹਨੇ ਇਸ ਸੱਭਿਅਤਾ ਨਾਲ ਸੰਬੰਧਿਤ ਪਹਿਲੀ ਜਗ੍ਹਾ ਦੀ ਖੋਜ ਕੀਤੀ। ਅਗਲੇ ਹੀ ਸਾਲ ਰਾਖਲਦਾਸ ਬੈਨਰਜੀ ਨੇ 1922 ਦੇ ਵਿੱਚ ਮੋਹਨਜੋਦਾਰੋ ਦੀ ਖੋਜ ਕਰਤੀ, ਜਿਹੜਾ ਕਿ ਇਸ ਸਿਵਲਾਈਜੇਸ਼ਨ ਦੀ ਸਭ ਤੋਂ ਵੱਡੀ ਸਾਈਟ ਆ। ਤਾਂ ਮੋਹਨਜੋਦਾਰੋ ਦੀ ਖੋਜ ਹੋਈ। ਇਸ ਤਰੀਕੇ ਨਾਲ ਖੋਜ ਅੱਗੇ ਦੀ ਅੱਗੇ ਹੋਰ ਜਗ੍ਹਾਵਾਂ ਦੀ ਹੋਣੀ ਸ਼ੁਰੂ ਹੋ ਗਈ ਤੇ ਇਹ ਇੱਕ ਸਿਵਲਾਈਜੇਸ਼ਨ ਬਣ ਕੇ ਸਾਡੇ ਸਾਹਮਣੇ ਆਈ, ਠੀਕ ਹੈ ਜੀ। ਇਹ ਇੱਕ ਪੈਟਰਨ ਕੀਤਾ ਆਪਾਂ, ਜਿਸ ਦੇ ਵਿੱਚ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਆ ਕਿ ਇਸ ਸਿਵਲਾਈਜੇਸ਼ਨ ਨੂੰ ਲੱਭਣ ਦੇ ਲਈ ਕਿਸ ਪ੍ਰੋਸੈਸ ਦੇ ਥਰੂ ਜਿਹੜਾ ਹੈਗਾ ਕੰਮ ਕੀਤਾ ਗਿਆ। ਚਲੋ ਜੀ, ਗੱਲ ਸਮਝ ਗਏ ਜੀ ਸਾਰੇ ਜਣੇ। ਅੱਗੇ ਚੱਲਦੇ ਹਾਂ ਜੀ। ਨੈਕਸਟ ਜੀ, ਹੁਣ ਸਭ ਤੋਂ ਪਹਿਲਾਂ ਆਪਾਂ ਇਸ ਗੱਲ ਤੇ ਧਿਆਨ ਦੇਣਾ ਕਿ ਇਸ ਸਿਵਲਾਈਜੇਸ਼ਨ ਦੇ ਨੇਮਸ ਕਿਹੜੇ-ਕਿਹੜੇ ਨੇ ਜੀ। ਇੱਥੋਂ ਆਪਾਂ ਆਪਣਾ ਲੈਕਚਰ ਸ਼ੁਰੂ ਕਰਾਂਗੇ, ਫਿਰ ਇਸ ਸਿਵਲਾਈਜੇਸ਼ਨ ਦਾ ਮੈਪ, ਉਹਦੇ ਨਾਲ ਸੰਬੰਧਿਤ ਜਗ੍ਹਾਵਾਂ, ਉਹਨਾਂ ਬਾਰੇ ਗੱਲ ਕਰਾਂਗੇ। ਤਾਂ ਸਭ ਤੋਂ ਪਹਿਲਾਂ ਨੇਮਸ, ਇੰਡਸ ਵੈਲੀ ਸਿਵਲਾਈਜੇਸ਼ਨ, ਦੂਸਰਾ ਨਾਮ ਹੈਗਾ ਜੀ ਹੜੱਪਾ ਸਿਵਲਾਈਜੇਸ਼ਨ, ਇੱਕ ਨਾਮ ਹੈਗਾ ਜੀ ਮੋਹਨਜੋਦਾਰੋ ਸਿਵਲਾਈਜੇਸ਼ਨ, ਇੱਕ ਨਾਮ ਹੈਗਾ ਜੀ ਕਾਪਰ ਏਜ, ਇਹਨੂੰ ਕਾਸਾ ਯੁੱਗ ਵੀ ਕਹਿ ਦਿੰਦੇ ਆ ਜੀ। ਤਾਂ ਇਹ ਕਈ ਸਾਰੇ ਨਾਮ ਨੇ ਇਸ ਸਿਵਲਾਈਜੇਸ਼ਨ ਦੇ। ਹੁਣ ਇਹ ਨਾਮ ਕਿਉਂ ਨੇ, ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਆ। ਛੋਟਾ ਜਿਹਾ ਕਨਸੈਪਟ ਆ। ਸਭ ਤੋਂ ਪਹਿਲਾਂ ਇਸ ਸੱਭਿਅਤਾ ਦਾ ਨਾਮ ਪਿਆ ਹੜੱਪਾ ਸਿਵਲਾਈਜੇਸ਼ਨ। 1921 ਦੇ ਵਿੱਚ ਜਦੋਂ ਦਿਆਰਾਮ ਸਾਹਨੀ ਨੇ ਹੜੱਪਾ ਦੀ ਖੋਜ ਕੀਤੀ, 1921 ਦੇ ਵਿੱਚ ਜਦੋਂ ਦਿਆਰਾਮ ਸਾਹਨੀ ਨੇ ਹੜੱਪਾ ਦੀ ਖੋਜ ਕੀਤੀ, ਤਾਂ ਇਸ ਖੋਜ ਦੇ ਵਿੱਚ ਜਦੋਂ ਇੱਕ ਨਵੀਂ ਸਿਵਲਾਈਜੇਸ਼ਨ ਲੋਕਾਂ ਦੇ ਸਾਹਮਣੇ ਆਈ, ਤਾਂ ਲੋਕਾਂ ਨੇ ਜਿਹੜੀ ਜਗ੍ਹਾ ਤੋਂ ਪਹਿਲਾਂ ਇਹਦਾ ਨਾਮ ਖੋਜ ਹੋਈ, ਉਸੇ ਦੇ ਨਾਮ 'ਤੇ ਇਹਦਾ ਨਾਮ ਰੱਖ ਦਿੱਤਾ ਗਿਆ। ਤਾਂ ਅਸੀਂ ਇਹਨੂੰ ਕੀ ਕਹਿਣ ਲੱਗ ਗਏ? ਹੜੱਪਾ ਸਿਵਲਾਈਜੇਸ਼ਨ ਕਹਿਣ ਲੱਗ ਗਏ। ਹੜੱਪਾ ਸਿਵਲਾਈਜੇਸ਼ਨ ਕਹਿਣ ਲੱਗ ਗਏ। ਅਗਲੇ ਹੀ ਸਾਲ ਮੋਹਨਜੋਦਾਰੋ ਦੀ ਖੋਜ ਹੋ ਗਈ 1922 ਦੇ ਵਿੱਚ। ਮੋਹਨਜੋਦਾਰੋ ਤੋਂ ਬਹੁਤ ਇੰਪੋਰਟੈਂਟ ਚੀਜ਼ਾਂ ਮਿਲੀਆਂ ਤੇ ਇਸ ਸਿਵਲਾਈਜੇਸ਼ਨ ਦੀ ਸਭ ਤੋਂ ਵੱਡੀ ਸਾਈਟ ਆ ਮੋਹਨਜੋਦਾਰੋ। ਤਾਂ ਜਿਵੇਂ ਹੀ ਮੋਹਨਜੋਦਾਰੋ ਦੀ ਖੋਜ ਹੋਈ, ਇਸ ਸਿਵਲਾਈਜੇਸ਼ਨ ਦਾ ਨਾਮ ਕੀ ਰੱਖਤਾ? ਮੋਹਨਜੋਦਾਰੋ ਸਿਵਲਾਈਜੇਸ਼ਨ। ਇਸ ਸਿਵਲਾਈਜੇਸ਼ਨ ਦਾ ਨਾਮ ਰੱਖਤਾ। ਇਸ ਤੋਂ ਬਾਅਦ ਜਦੋਂ ਹੌਲੀ ਹੌਲੀ ਬਾਕੀ ਖੋਜਾਂ ਹੁੰਦੀਆਂ ਗਈਆਂ ਨਾ, ਹੌਲੀ ਹੌਲੀ ਲੋਥਲ ਵੀ ਲੱਭਿਆ, ਕਾਲੀ ਬੰਗਾ ਵੀ ਲੱਭਿਆ, ਆਪਣਾ ਕੀ ਕਹਿੰਦੇ ਸੁੱਤਾ ਜੰਡੌਰ ਲੱਭਿਆ, ਮਾਂਡਾ ਲੱਭਿਆ, ਦਾਇਮਾਬਾਦ ਲੱਭਿਆ, ਆਲਮਗੀਰਪੁਰ ਲੱਭਿਆ ਤੇ ਹੋਰ ਬੜੀਆਂ ਸਾਰੀਆਂ ਜਿਹੜੀਆਂ ਹੈਗੀਆਂ ਜਗ੍ਹਾਵਾਂ ਲੱਭੀਆਂ, ਰਾਖੀਗੜ੍ਹੀ ਲੱਭਿਆ ਵਗੈਰਾ ਵਗੈਰਾ ਵਗੈਰਾ, ਹੈ ਨਾ। ਤਾਂ ਜਦੋਂ ਇਹ ਸਾਰੀਆਂ ਸਿਵਲਾਈਜੇਸ਼ਨ ਜਗ੍ਹਾਵਾਂ ਅਲੱਗ-ਅਲੱਗ ਸਾਈਟਸ ਇਸ ਸੱਭਿਅਤਾ ਨਾਲ ਸੰਬੰਧਿਤ ਲੱਭੀਆਂ, ਤਾਂ ਉਦੋਂ ਕੀ ਅੰਦਾਜ਼ਾ ਆਇਆ ਕਿ ਇਹ ਜੀ ਕਾਸਾ ਯੁੱਗ ਆ। ਕਾਸਾ ਯੁੱਗ, ਬਰਾਊਨਜ਼ ਏਜ ਬੋਲਦੇ ਨੇ ਜਿਹਨੂੰ ਅਸੀਂ, ਕਾਸਾ ਯੁੱਗ ਆ ਜੀ ਇਹ, ਬਰਾਊਨਜ਼ ਏਜ। ਬਰਾਊਨਜ਼ ਬੇਸਿਕਲੀ ਕਾਪਰ ਦੇ ਮਿਕਸਅਪ ਤੋਂ ਬਣਦਾ, ਤਾਂ ਇਹਨੂੰ ਕਾਪਰ ਏਜ ਦਾ ਨਾਮ ਵੀ ਦੇ ਦਿੰਦੇ ਆ। ਕਾਪਰ ਕੀ ਆ? ਆਪਾਂ ਪਿਛਲੇ ਲੈਕਚਰ 'ਚ ਗੱਲ ਕੀਤੀ ਸੀ ਕਿ ਲਗਭਗ 300 BC ਜੋ ਸਮਾਂ ਕਾਲ ਆ, ਉਦੋਂ ਕਾਪਰ, ਤਾਂਬੇ ਦੀ ਖੋਜ ਸਾਡੇ ਸਾਹਮਣੇ ਆਈ ਆ। ਤਾਂ ਜੇ ਆਪਾਂ ਕਾਪਰ ਤੋਂ ਬਾਅਦ ਅਗਲੀ ਇੰਪੋਰਟੈਂਟ ਧਾਤ ਆ ਜਿਹੜੀ ਲੱਭੀ ਹੈਗੀ, ਉਹ ਕਿਹੜੀ ਸੀ? ਉਹ ਲੋਹਾ ਸੀ ਜੀ। ਲੋਹੇ ਦੀ ਖੋਜ ਕਦੋਂ ਹੁੰਦੀ ਆ? ਤੁਸੀਂ ਜਾਣਦੇ ਹੋ ਕਿ ਲੇਟਰ ਵੈਦਿਕ ਏਰਾ ਦੇ ਵਿੱਚ ਹੁੰਦੀ ਆ। ਲੇਟਰ ਵੈਦਿਕ ਏਰਾ ਮਤਲਬ ਕਿ ਜਦੋਂ ਉੱਤਰ ਵੈਦਿਕ ਕਾਲ ਜਿਹੜਾ ਕਿ 1000 BC ਤੋਂ ਸ਼ੁਰੂ ਹੁੰਦਾ,
ਲੋਹੇ ਦੇ ਭਾਰਤ ਦੇ ਵਿੱਚ ਜਿਹੜੇ ਸਭ ਤੋਂ ਪੁਰਾਤਨ ਅੰਸ਼ ਮਿਲਦੇ ਨੇ ਉਹ ਅਤਰੰਜੀ ਖੇੜਾ ਤੋਂ ਮਿਲਦੇ ਨੇ ਜੀ, ਜਿਹੜੇ ਕਿ ਲਗਭਗ ਅੰਦਾਜ਼ਨ 1100 BC ਦੇ ਸਮੇਂ ਦੇ ਨੇੜ ਤੇੜ ਦਾ ਸਮਾਂ ਉਹ ਹੈ ਨਾ। ਤਾਂ ਜਿਹੜਾ 3000 BC ਤੋਂ ਲੈ ਕੇ 1100 BC ਦੇ ਵਿਚਕਾਰਲਾ ਸਮਾਂ ਉਹਨੂੰ ਅਸੀਂ ਕੀ ਕਹਿੰਦੇ ਆ, ਕਾਂਸਾ ਯੁੱਗ ਕਹਿੰਦੇ ਆ। ਤੇ ਜਿਹੜੀ ਇਹ ਸੱਭਿਅਤਾ ਇੰਡਸ ਵੈਲੀ ਸਿਵਲਾਈਜੇਸ਼ਨ, ਇਹ ਇਸੇ ਸਮੇਂ ਦੇ ਦਰਮਿਆਨ ਦੀ ਸੱਭਿਅਤਾ, ਤਾਂ ਕਰਕੇ ਇਹਨੂੰ ਅਸੀਂ ਕਾਂਸਾ ਜਾਂ ਬ੍ਰਾਊਨਜ਼ ਏਜ ਜਾਂ ਕਿਸੇ ਕਿਸੇ ਕਿਤਾਬ ਤੇ ਕਾਪਰ ਏਜ, ਕਾਂਸਾ ਯੁੱਗ ਕਿਹਾ ਜਾਂਦਾ। ਗੱਲ ਕਲੀਅਰ ਹੋ ਗਈ ਜੀ। 3 ਨਾਮ ਸਾਡੇ ਕਲੀਅਰ ਹੋ ਗਏ। ਹੁਣ ਸਾਡਾ ਮੇਨ ਨਾਮ ਰਹਿ ਗਿਆ ਜਿਹੜਾ ਹੈ ਇੰਡਸ ਵੈਲੀ ਸਿਵਲਾਈਜੇਸ਼ਨ। ਇੰਡਸ ਵੈਲੀ ਸਿਵਲਾਈਜੇਸ਼ਨ, ਇਹ ਨਾਮ ਕਿਉਂ ਆ ਜੀ ਇਹਦਾ? ਤੁਸੀਂ ਜੇ ਮੈਪ ਦੇ ਸਹਾਰੇ ਅਸੀਂ ਇਸ ਗੱਲ ਨੂੰ ਦੇਖਦੇ ਹਾਂ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਇਹ ਨਾਮ ਕਿਉਂ ਰੱਖਿਆ ਗਿਆ। ਦੇਖੋ, ਜਦੋਂ ਅਸੀਂ ਪੁਰਾਤਨ ਭਾਰਤ ਦੀ ਗੱਲ ਕਰਦੇ ਹਾਂ ਤਾਂ ਆਹ ਜਿਹੜੀ ਬਾਉਂਡਰੀ ਲਾਈਨ ਤੁਹਾਨੂੰ ਦਿਖ ਰਹੀ ਆ, ਇਹ ਪੁਰਾਤਨ ਭਾਰਤ ਆ, ਮਤਲਬ ਕਿ ਪਾਕਿਸਤਾਨ ਤੇ ਇੰਡੀਆ ਦੋਨਾਂ ਨੂੰ ਜਦੋਂ ਅਸੀਂ ਮਿਲਾ ਕੇ ਗੱਲ ਕਰਦੇ ਹਾਂ। ਜਿਹੜਾ ਸਿੰਧ ਦਰਿਆ ਉਹ ਇਸ ਤਰੀਕੇ ਦੇ ਨਾਲ ਜਾਂਦਾ ਇੱਥੋਂ, ਕਿਉਂਕਿ ਪੁਰਾਤਨ ਸਮੇਂ ਦੇ ਵਿੱਚ ਸਿੰਧ ਨਦੀ ਸੀ ਜਿਹੜੀ, ਉਹ ਸਾਡੀ ਇੱਕ ਤਰੀਕੇ ਦੀ ਬਾਰਡਰ ਸੀਗਾ, ਹੈ ਨਾ, ਸਮਾਂਤ ਪ੍ਰਾਂਤ ਸੀਗਾ। ਸਿੰਧ ਦਰਿਆ ਚੋਂ ਹੀ ਬੜੇ ਸਾਰੇ ਦਰਿਆ ਨਿਕਲਦੇ ਨੇ, ਜਿਵੇਂ ਕਿ ਰਾਵੀ, ਚਨਾਬ, ਜੇਹਲਮ ਵਗੈਰਾ ਵਗੈਰਾ, ਜਿਹੜੇ ਇਸ ਤਰ੍ਹਾਂ 5-7 ਦਰਿਆ ਨਿਕਲੇ ਨੇ, ਘੱਗਰ, ਸਾਰੇ ਸਿੰਧ ਦਰਿਆ ਦੇ ਨਾਲ ਸੰਬੰਧਿਤ ਨੇ, ਸਿੰਧ ਦਰਿਆ 'ਚ ਜਾ ਕੇ ਡਿੱਗਦੇ ਨੇ ਉਹ, ਹੈ ਨਾ। ਹੁਣ ਇੰਡਸ ਵੈਲੀ ਸਿਵਲਾਈਜੇਸ਼ਨ ਇਹਨੂੰ ਨਾਮ ਦਿੱਤਾ ਕਿਉਂ ਗਿਆ? ਇੰਡਸ ਵੈਲੀ ਸਿਵਲਾਈਜੇਸ਼ਨ ਇਹਨੂੰ ਨਾਮ ਇਸ ਕਰਕੇ ਦਿੱਤਾ ਗਿਆ ਕਿਉਂਕਿ ਜਿਹੜੀ ਇਹ ਸੱਭਿਅਤਾ, ਇਹ ਸਾਰੀ ਇਹਨਾਂ ਦਰਿਆਵਾਂ ਦੇ ਕੰਢੇ ਤੇ ਵਸੀ ਹੋਈ ਸੱਭਿਅਤਾ, ਤੇ ਇਹਨਾਂ ਦਰਿਆਵਾਂ ਦਾ ਬੇਸਿਕ ਜੋ ਬੇਸ, ਜੋ ਮੁੱਢ ਦਰਿਆ ਉਹ ਸਿੰਧ ਨਦੀ ਆ ਜਾਂ ਇੰਡਸ ਰਿਵਰ ਆ। ਤਾਂ ਇਹ ਸਾਰੀਆਂ ਜੋ ਲਗਭਗ ਇਸ ਸੱਭਿਅਤਾ ਨਾਲ ਸੰਬੰਧਿਤ ਹੁਣ ਤੱਕ ਕੱਲੇ ਇੰਡੀਆ ਚੋਂ ਹੀ 400 ਤੋਂ 500 ਜਗ੍ਹਾਵਾਂ ਸਾਈਟਸ ਮਿਲ ਚੁੱਕੀਆਂ ਨੇ। ਜਿੰਨੀਆਂ ਵੀ ਉਹ ਸਾਈਟਸ ਮਿਲੀਆਂ ਨੇ ਉਹ ਸਾਰੀਆਂ ਇਹਨਾਂ ਦਰਿਆਵਾਂ ਦੇ ਕੰਢੇ ਤੇ ਮਿਲੀਆਂ ਨੇ। 7 ਦਰਿਆਵਾਂ ਦੀ ਧਰਤੀ ਕਿਹਾ ਜਾਂਦਾ, ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ, ਸਿੰਧ, ਘੱਗਰ ਵਗੈਰਾ। ਜੋ ਇਹ ਸੱਭਿਅਤਾ ਇੰਡਸ ਵੈਲੀ ਸੱਭਿਅਤਾ, ਉਹ ਜਿਹੜੀਆਂ ਇੰਡਸ ਰਿਵਰ ਨਾਲ ਸੰਬੰਧਿਤ ਨਦੀਆਂ ਨੇ ਉਹਨਾਂ ਦੇ ਕੰਢਿਆਂ ਤੇ ਵਸੀ ਹੋਈ ਸੱਭਿਅਤਾ, ਤਾਂ ਕਰਕੇ ਇਸ ਸੱਭਿਅਤਾ ਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਕਿਹਾ ਗਿਆ। ਇਹ ਨਾਮ ਜੌਨ ਮਾਰਸ਼ਲ ਨੇ ਦਿੱਤਾ ਸੀਗਾ, ਉਹਦੇ ਤੇ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ। ਤਾਂ ਤੁਸੀਂ ਮੇਰੀ ਗੱਲ ਨੂੰ ਆਸ ਆ ਕਿ ਤੁਸੀਂ ਸਮਝ ਗਏ ਹੋਵੋਗੇ। ਆਪਾਂ ਹੁਣ ਜਿਹੜੇ ਨਾਵਾਂ ਦੀ ਗੱਲ ਕੀਤੀ ਸੀਗੀ, ਨਾਮ ਇੰਡਸ ਵੈਲੀ ਸਿਵਲਾਈਜੇਸ਼ਨ ਤਾਂ ਕਰਕੇ ਕਿਹਾ ਜਾਂਦਾ ਕਿਉਂਕਿ ਜਿੱਥੇ ਜਿੱਥੇ ਸਿਵਲਾਈਜੇਸ਼ਨ ਵਸੀ ਹੋਈ ਸੀ ਉਹ ਸਿੰਧ ਦਰਿਆ ਦੇ ਕੰਢਿਆਂ ਤੇ ਜਾਂ ਉਹਦੇ ਨਾਲ ਸੰਬੰਧਿਤ ਦਰਿਆਵਾਂ ਦੇ ਕੰਢਿਆਂ ਤੇ ਵਸੀ ਹੋਈ ਸੀ। ਹੜੱਪਾ, ਮੋਹਨਜੋਦਾਰੋ ਤੁਸੀਂ ਸਮਝਦੇ ਹੀ ਹੋ, ਤੇ ਜਿਹੜਾ ਬ੍ਰਾਊਨਜ਼ ਏਜ ਜਾਂ ਕਾਂਸਾ ਯੁੱਗ ਕਿਹਾ ਜਾਂਦਾ ਉਹਦੇ ਨਾਲ ਸੰਬੰਧਿਤ, ਕਿਉਂਕਿ ਉਹ ਇਸ ਧਾਤ ਨਾਲ ਸੰਬੰਧਿਤ ਇਹ ਟਾਈਮ ਸੀ ਤਾਂ ਕਰਕੇ ਕਿਹਾ ਜਾਂਦਾ। ਗੱਲ ਕਲੀਅਰ ਬਈ? ਆਸ ਆ ਵੀ ਤੁਸੀਂ ਇਸ ਚੀਜ਼ ਨੂੰ ਸਮਝ ਰਹੇ ਹੋਵੋਗੇ। ਆਪਣੇ ਕੋਲੇ ਥੋੜਾ ਟਾਈਮ ਹੈ ਤਾਂ ਆਪਾਂ ਜੋ ਵੀ ਕਨਸੈਪਟ ਕਰਾਂਗੇ ਉਹਦਾ ਬੇਸ ਬਣਾ ਕੇ ਕਰਾਂਗੇ, ਤਾਂ ਕਿ ਤੁਹਾਨੂੰ ਇੱਕ ਕਨਸੈਪਟ ਲੌਜੀਕਲੀ ਵੀ ਸਮਝ ਆਵੇ ਕਿ ਕਿਸ ਤਰੀਕੇ ਨਾਲ ਇਹ ਕਨਸੈਪਟ, ਇਕੱਲਾ ਰੱਟਾ ਲਾ ਕੇ ਆਪਾਂ ਯਾਦ ਨਹੀਂ ਕਰਨਾ, ਅੱਛੇ ਤਰੀਕੇ ਨਾਲ ਹਿਸਟਰੀ ਸਿਖਾਉਣੀ ਆ ਤੁਹਾਨੂੰ। ਚਲੋ ਜੀ ਅੱਗੇ ਚੱਲਦੇ ਹਾਂ ਜੀ। ਹੁਣ ਆਪਾਂ ਹਾਂਜੀ, ਜੋ ਨੈਕਸਟ ਕਨਸੈਪਟ ਆ ਜੀ ਸਾਡਾ, ਹਾਂਜੀ ਬਾਈ। ਤਾਂ ਹੁਣ ਅਸੀਂ ਇਹ ਸਮਝਣਾ, ਹੁਣ ਤੱਕ ਅਸੀਂ 2 ਚੀਜ਼ਾਂ ਨੂੰ ਸਮਝ ਚੁੱਕੇ ਹਾਂ। ਇੱਕ ਤਾਂ ਇਹ ਕਿ ਇੰਡਸ ਵੈਲੀ ਦੀ ਖੋਜ ਹੋਈ ਕਿਵੇਂ, ਚਾਰਲਸ ਮੈਸਨ ਤੋਂ ਲੈ ਕੇ ਕਿਸ ਤਰੀਕੇ ਨਾਲ ਜੌਨ ਮਾਰਸ਼ਲ ਤੇ ਫਿਰ ਰਾਖਲਦਾਸ ਬੈਨਰਜੀ ਜਾਂ ਦਯਾਰਾਮ ਸਾਹਨੀ ਤੱਕ ਅਸੀਂ ਪਹੁੰਚੇ। ਇੱਕ ਚੀਜ਼ ਅਸੀਂ ਇਹ ਸਮਝ ਚੁੱਕੇ ਹਾਂ ਕਿ ਜੋ ਇਹਦੇ ਵੱਖ-ਵੱਖ ਨਾਮ ਨੇ ਉਹ ਨਾਮ ਇਹਦੇ ਕਿਉਂ ਪਏ। ਹੁਣ ਥਰਡ ਹੈਗਾ ਜੀ ਇਹਦਾ ਖੇਤਰਫਲ, ਇਹ ਕਿੱਥੇ ਫੈਲੀ ਹੋਈ ਸੀ। ਜੇ ਤੁਸੀਂ ਸਿੰਪਲ 'ਚ ਲਿਖੋ ਤਾਂ ਤੁਸੀਂ ਕਹਿ ਸਕਦੇ ਹੋ ਕਿ ਮੈਪ, ਜਾਂ ਤੁਸੀਂ ਕਹਿ ਸਕਦੇ ਹੋ ਕਿ ਜੀਓਗ੍ਰਾਫੀਕਲ ਜਿਹੜਾ ਇਹਦਾ ਏਰੀਆ। ਠੀਕ ਹੈ ਜੀ। ਚਲੋ ਜੀ, ਜੀਓਗ੍ਰਾਫੀਕਲ ਏਰੀਆ ਆਪਾਂ ਇਹਦਾ ਸਮਝਦੇ ਹਾਂ। ਦੇਖੋ ਜੀ, ਇਹ ਕਸ਼ਮੀਰ ਤੋਂ ਲੈ ਕੇ, ਕਸ਼ਮੀਰ ਦੇ ਵਿੱਚ ਇੱਕ ਜਗ੍ਹਾ ਮਾਂਡਾ,
फिर ਇੱਥੇ एक जगह है उत्तर प्रदेश ਦੇ ਵਿੱਚ आलमगीरपुर, महाराष्ट्र 'ਚ एक जगह दाइमाबाद, ठीक है जी। तो पाकिस्तान ते तुसी कह सकते हो कि ईरान के बॉर्डर ते एक जगह हैगी आ सुक्ता जंडौर या सुक्ता जेंडर बोल दें आप इनू। इस खेत्रफल दे विच ये सभ्यता फैली हुई आ। तो जदों असीं इहदा मिलान करते हैं तो ये एक त्रिकोण बन जाता, ट्रायंगल बन जाता जी। ये क्वेश्चन भी आया होया पेपर दे विच कि जिहड़ा इंडस वैली सिविलाइजेशन दा मैप आ, नक्शा, वो चौरस आ, मतलब कि वर्गाकार आ, गोलाकार आ, त्रिकोणा, किहड़ा इन्हां चों? तां इह त्रिकोण आ जी, बेसिकली त्रिकोणा खेत्र आ जी, ठीक है जी। जो ये सभ्यता, जो एरिया, ये लगभग 13 लाख वर्ग किलोमीटर च फैली हुई सभ्यता जी। 13 लाख वर्ग किलोमीटर च फैली हुई सभ्यता। एक नाम आउंदा जी पिनगट। पिनगट पिनगट ने की कहा कि इस सिविलाइजेशन दे विच 2 राजधानियां सी, हड़प्पा ते मोहनजोदारो। अकॉर्डिंग टू पिनगट ये दोनों तरीके नाल ही क्वेश्चन आ सकते हैं कि हड़प्पा या मोहनजोदारो नूं राजधानी किहने कहा, कैपीटल्स किहने कहा, पिनगट ने कहा, ਜਾਂ अकॉर्डिंग टू पिनगट कैपीटल किहड़ी आ। ਜਾਂ फिर सिंपल क्वेश्चन आ सकता कि जी किहड़ा जिहड़ा हैगा हड़प्पा सभ्यता की राजधानी किस नूं मन्निया जांदा? हड़प्पा ते मोहनजोदारो। हड़प्पा नूं उत्तरी राजधानी कहा जांदा जी ते मोहनजोदारो नूं दक्षिणी राजधानी कहा जांदा जी। हड़प्पा नूं उत्तरी राजधानी कहा जांदा, मोहनजोदारो नूं दक्षिणी राजधानी कहा जांदा जी। गल क्लीयर जी। इन्हां दोनों शहरों नूं, हड़प्पा ते मोहनजोदारो नूं ट्विन सिटीज़ भी कहा जाता जी, जुड़वा शहर, ट्विन सिटीज़। इंडस वैलीज़ दे विचों जे क्वेश्चन आवे कि ट्विन सिटीज़ किस नूं कहा जाता, अकॉर्डिंग टू पिनगट तो हड़प्पा ते मोहनजोदारो नूं कहा जाता। जे आपां मॉडर्न इंडिया की गल करिए तो ट्विन सिटीज़ किस नूं कहा जाता, लाहौर ते अमृतसर नूं ट्विन सिटीज़ कहा जाता। ठीक है जी, ये गल क्लीयर हो गई। अगे जी नैक्सट, जो इहदा नाम दिता आपां हुणे गल कीती सी कि इंडस वैली सिविलाइजेशन, जो इस क्योंकि पहला कल्ला हड़प्पा मिलिया तो हड़प्पा कहता, फिर मोहनजोदारो मिलिया तो मोहनजोदारो सभ्यता कहता। जदों ये सभ्यता पूरी अज तक भी ये खोज पड़ताल हो रही हैगी, जदों इस पूरी सभ्यता नूं जान लिया गया तो इनू इंडस वैली सिविलाइजेशन नाम दिता। किहने दिता यह नाम? जॉन मार्शल ने नाम दिता जी। यह जॉन मार्शल ने इस सभ्यता नूं इंडस वैली सिविलाइजेशन का नाम दिता, जिहड़ी कि 13 लाख वर्ग किलोमीटर दे विच ये जिहड़ी हैगी सिविलाइजेशन ये फैली हुई सी। अगे चलते हैं जी। ये जिन्ने आपां फैक्ट्स कर रहे हैं सारे दे सारे पूरे तरीके नाल तुसीं कह सकते हो कि डायरैक्टली क्वेश्चनस ही ने ये। अगे जी, इंडिया दे विच जे तुसीं अंदाजन गल करोगे, इंडिया दे विच लगभग 400 450 तो 500 साइट्स की खोज हो चुकी है इस सभ्यता नाल संबंधित, जिन्हां दे विचों जो अपना क्वेश्चन आ गुजरात दे विचों सब तो ज़्यादा साइट्स ने इंडिया दे विच। एक पेपर 'च यह भी क्वेश्चन आया हुआ कि इंडस वैली सिविलाइजेशन नाल संबंधित सब तो ज़्यादा साइट्स इंडिया दे विच किहड़ी स्टेट 'च ने, तो गुजरात 'च ने जी। 250 प्लस साइट्स कल्ली इंडिया दे विच गुजरात दे विच ही आ। ते सब तो इंपॉर्टेंट तुसीं जानदे हो लोथल आ, जिहड़ी कि इहदी बंदरगाह सीगी। ठीक है जी। इस सिविलाइजेशन दे विच सब तो वड्डा जो सब तो वड्डी साइट आ वो मोहनजोदारो आ। इस सिविलाइजेशन की जिहड़ी सब तो वड्डी साइट आ वो मोहनजोदारो आ। इंडिया दे विच सब तो वड्डी साइट राखी गढ़ी है जी, राखी गढ़ी। इस सिविलाइजेशन की इस गल नूं समझना चंगे तरीके नाल, इस सिविलाइजेशन की जो सब तो वड्डी साइट आ
ਉਹ ਮੋਹਿੰਜਦਾਰੋ ਆ ਜਿਹੜੀ ਕਿ ਪਾਕਿਸਤਾਨ ਦੇ ਸਿੰਧ ਪ੍ਰਾਂਤ 'ਚ ਆ। ਮੋਹਿੰਜਦਾਰੋ ਆ ਜਿਹੜੀ ਕਿ ਪਾਕਿਸਤਾਨ ਦੇ ਸਿੰਧ ਪ੍ਰਾਂਤ 'ਚ ਆ। ਸਭ ਤੋਂ ਵੱਡੀ ਸਾਈਟ ਆ ਜਿਹੜੀ ਮੋਹਿੰਜਦਾਰੋ ਆ ਪਾਕਿਸਤਾਨ ਦੇ ਸਿੰਧ ਪ੍ਰਾਂਤ 'ਚ ਆ। ਜੇ ਇੰਡੀਆ ਦੇ ਵਿੱਚੋਂ ਅਸੀਂ ਗੱਲ ਕਰਾਂਗੇ ਤਾਂ ਰਾਖੀ ਗੜ੍ਹੀ ਸਭ ਤੋਂ ਵੱਡੀ ਸਾਈਟ ਆ ਜੀ ਜਿਹੜੀ ਕਿ ਇੰਡੀਆ ਦੇ ਵਿੱਚ ਹੈਗੀ। ਠੀਕ ਹੈ ਜੀ, ਗੱਲ ਕਲੀਅਰ, ਸਮਝ ਗਏ ਇਸ ਗੱਲ ਨੂੰ ਬਈ। ਚਲੋ ਜੀ ਅੱਗੇ ਚੱਲਦੇ ਹਾਂ ਜੀ ਆਪਾਂ। ਅੱਛਾ ਜੀ, ਹੁਣ ਨੈਕਸਟ ਇਸ ਸੱਭਿਅਤਾ ਨਾਲ ਸੰਬੰਧਿਤ ਆ ਦੇਖੋ, ਜੇ ਤੁਸੀਂ ਦੇਖਦੇ ਹੋ ਤਾਂ ਹੜੱਪਾ, ਮੋਹਿੰਜਦਾਰੋ ਇੰਪੋਰਟੈਂਟ ਚੀਜ਼ਾਂ ਨੇ। ਜਿਵੇਂ ਆਪਾਂ ਹੁਣੇ ਲੋਥਲ ਦੀ ਗੱਲ ਕੀਤੀ ਹੈ ਗੁਜਰਾਤ ਦੇ ਵਿੱਚ, ਇਹ ਸਾਰੀਆਂ ਸਾਈਟਸ ਨੇ ਇਹਦੀਆਂ, ਇਹਨਾਂ ਤੇ ਆਪਾਂ ਕੱਲ੍ਹ ਗੱਲ ਕਰਾਂਗੇ। ਹੁਣ ਜੀ ਅੱਗੇ ਜੀ, ਇਸ ਸੱਭਿਅਤਾ ਨਾਲ ਸੰਬੰਧਿਤ ਸਮਕਾਲੀ ਸੱਭਿਅਤਾਵਾਂ ਕਿਹੜੀਆਂ ਕਿਹੜੀਆਂ ਸੀਗੀਆਂ ਜੀ। ਮਤਲਬ ਕਿ ਜਦੋਂ ਇੰਡੀਆ ਦੇ ਵਿੱਚ ਇਹ ਸੱਭਿਅਤਾ ਆਪਦੀ ਪੂਰੀ ਉਚਾਈ 'ਤੇ ਸੀ, ਡਿਵੈਲਪਮੈਂਟ ਇਹਦੀ ਜ਼ਬਰਦਸਤ ਸੀ, ਤਾਂ ਦੁਨੀਆ ਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਸੱਭਿਅਤਾਵਾਂ ਸੀ ਜੋ ਇਸੇ ਸਮੇਂ ਕਾਲ ਦੇ ਦੌਰਾਨ ਸੀ। ਤਾਂ ਹੁਣ ਅਸੀਂ ਉਹਦੀ ਗੱਲ ਕਰਾਂਗੇ। ਇੱਥੋਂ ਇੱਕ ਕੁਐਸਚਨ ਆਉਂਦਾ, ਸਭ ਤੋਂ ਪਹਿਲਾਂ ਹੈ ਜੀ ਮੈਸੋਪੋਟਾਮੀਆ। ਮੈਸੋਪੋਟਾਮੀਆ ਦੀ ਸੱਭਿਅਤਾ, ਮੈਸੋਪੋਟਾਮੀਆ ਦੀ ਸੱਭਿਅਤਾ ਜਿਹੜੀ ਕਿ ਦਜਲਾ ਤੇ ਫਰਾਤ ਨਦੀ ਦੇ ਕੰਢੇ ਤੇ ਸੀ ਜੀ। ਕਿਉਂਕਿ ਪੁਰਾਣੀਆਂ ਸੱਭਿਅਤਾਵਾਂ, ਪੁਰਾਣੀਆਂ ਕੀ ਵੈਸੇ ਅੱਜ ਦੀਆਂ ਸੱਭਿਅਤਾਵਾਂ ਵੀ ਜਿੰਨੇ ਦੁਨੀਆ 'ਚ ਅੱਜ ਵੱਡੇ ਸ਼ਹਿਰ ਨੇ ਸਾਰੇ ਨਦੀਆਂ ਦੇ ਕੰਢਿਆਂ ਤੇ ਹੀ ਵਸੇ ਨੇ, ਹੈ ਨਾ। ਤਾਂ ਇਹ ਦਜਲਾ ਤੇ ਫਰਾਤ ਨਦੀ ਕੰਢੇ ਸੀ ਜੀ। ਠੀਕ ਹੈ ਜੀ, ਜੋ ਮੈਸੋਪੋਟਾਮੀਆ ਅੱਜ ਦਾ ਈਰਾਨ ਤੇ ਇਰਾਕ ਆ, ਮੈਸੋਪੋਟਾਮੀਆ ਅੱਜ ਦਾ ਈਰਾਨ ਤੇ ਇਰਾਕ ਆ। ਸੁਮੇਰੀਅਨ ਵੀ ਕਿਹਾ ਜਾਂਦਾ। ਸੁਮੇਰੀਅਨ ਬੇਸਿਕਲੀ ਮੈਸੋਪੋਟਾਮੀਆ ਸੱਭਿਅਤਾ ਦਾ ਹੀ ਇੱਕ ਹਿੱਸਾ। ਜਦੋਂ ਅਸੀਂ ਜੋਗ੍ਰਾਫਿਕਲੀ ਮੈਸੋਪੋਟਾਮੀਆ ਸੱਭਿਅਤਾ ਦਾ ਮੈਪ ਦੇਖਦੇ ਹਾਂ ਨਾ, ਈਰਾਨ ਤੇ ਇਰਾਕ ਵਾਲੇ ਇਲਾਕੇ ਨੂੰ, ਉੱਥੇ ਉਸ ਜਗ੍ਹਾ ਤੇ ਮੈਸੋਪੋਟਾਮੀਆ ਦੀ ਸੱਭਿਅਤਾ ਸੀ। ਤੇ ਜਿਹੜਾ ਸਾਊਥ ਮੈਸੋਪੋਟਾਮੀਆ ਸੀ ਉਹਨੂੰ ਸੁਮੇਰੀਅਨ ਕਿਹਾ ਜਾਂਦਾ ਸੀ। ਤਾਂ ਮੈਸੋਪੋਟਾਮੀਆ ਦੀ ਜਿਹੜੀ ਸੱਭਿਅਤਾ ਸੀ ਉਹ ਸਾਡੇ ਇਸ ਇੰਡਸ ਵੈਲੀ ਸੱਭਿਅਤਾ ਦੇ ਨਾਲ ਸਮਕਾਲੀ ਸੱਭਿਅਤਾ ਸੀ ਜਿਹੜੀ ਕਿ ਦਜਲਾ ਤੇ ਫਰਾਤ ਨਦੀ ਦੇ ਕੰਢੇ ਤੇ ਸੀ। ਫਿਰ ਮਿਸਰ ਦੀ ਸੱਭਿਅਤਾ, ਮਿਸਰ ਦੀ ਸੱਭਿਅਤਾ ਜਿਹੜੀ ਕਿ ਨੀਲ ਨਦੀ ਦੇ ਕੰਢੇ ਤੇ ਸੀ। ਮਿਸਰ ਮੀਨਸ ਇਜਿਪਟ। ਮਿਸਰ ਦੀ ਸੱਭਿਅਤਾ ਜਿਹੜੀ ਕਿ ਨੀਲ ਨਦੀ ਦੇ ਕੰਢੇ ਤੇ ਸੀਗੀ। ਫਿਰ ਚੀਨ ਦੀ ਸੱਭਿਅਤਾ ਜਿਹੜੀ ਕਿ ਹਵਾਂਗ ਹੋ ਨਦੀ ਦੇ ਕੰਢੇ ਤੇ ਸੀ। ਮੈਸੋਪੋਟਾਮੀਆ ਦੀਆਂ ਸਾਨੂੰ ਇਹ ਸਾਡੀ ਇਸ ਸੱਭਿਅਤਾ ਦੇ ਵਿੱਚ ਬੜੀਆਂ ਸਾਰੀਆਂ ਮੋਹਰਾਂ ਮਿਲਦੀਆਂ ਨੇ, ਬਹੁਤ ਸਾਰੀਆਂ ਮੋਹਰਾਂ ਮਿਲਦੀਆਂ ਨੇ। ਮੈਸੋਪੋਟਾਮੀਆ ਦਾ ਉਰਤਸੁਰਾ ਇੱਕ ਸ਼ਹਿਰ ਆ ਜਿੱਥੋਂ ਸਾਨੂੰ ਸਾਡੀ ਇਸ ਇੰਡਸ ਵੈਲੀ ਸਿਵਲਾਈਜੇਸ਼ਨ ਦੀਆਂ ਮੋਹਰਾਂ ਮਿਲਦੀਆਂ ਨੇ। ਤਾਂ ਇੱਥੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਮੈਸੋਪੋਟਾਮੀ ਸੱਭਿਅਤਾ ਸਾਡੇ ਨਾਲ ਸਮਕਾਲੀ ਸੱਭਿਅਤਾ ਸੀ। ਦੂਸਰੀ ਗੱਲ, ਸਾਡਾ ਉਸ ਸੱਭਿਅਤਾ ਨਾਲ ਵਪਾਰ ਚੱਲਦਾ ਸੀ, ਲੈਣ ਦੇਣ ਸੀ, ਸਾਡਾ ਉਹਨਾਂ ਨਾਲ ਜਿਹੜਾ ਮੇਲ ਜੋਲ ਸੀ। ਐਸੇ ਤਰੀਕੇ ਨਾਲ ਮਿਸਰ ਦੀ ਸੱਭਿਅਤਾ ਸਾਡੇ ਸਮਕਾਲੀ ਸੱਭਿਅਤਾ ਸੀ ਕਿਉਂਕਿ ਲੋਥਲ ਤੋਂ ਇੱਕ ਮੰਮੀ ਮਿਲੀ ਹੈ। ਮੰਮੀ ਤੁਸੀਂ ਸਮਝਦੇ ਹੋ ਕਿ ਜਦੋਂ ਡੈੱਡ ਬੋਡੀ ਨੂੰ ਦਵਾਈਆਂ ਲਗਾ ਕੇ ਕੱਪੜੇ 'ਚ ਵਲੇਟ ਕੇ ਤਬੂਤ 'ਚ ਬੰਦ ਕਰਕੇ ਰੱਖ ਦਿੱਤਾ ਜਾਂਦਾ, ਉਹਨੂੰ ਮੰਮੀ ਕਿਹਾ ਜਾਂਦਾ। ਇਹ ਮਿਸਰ ਦਾ ਕਲਚਰ ਆ ਜਾਂ ਉੱਥੋਂ ਦੇ ਰੀਤੀ ਰਿਵਾਜ ਨੇ। ਤਾਂ ਉਹ ਲੋਥਲ ਮਿਲੀ। ਇੱਥੋਂ ਅਸੀਂ ਕੀ ਅੰਦਾਜ਼ੇ ਲਾ ਸਕਦੇ ਹਾਂ ਕਿ ਉਹਨਾਂ ਨਾਲ ਵੀ ਸਾਡੇ ਸੰਬੰਧ ਸੀ। ਐਸੇ ਤਰੀਕੇ ਨਾਲ ਚੀਨ ਦੀ ਸੱਭਿਅਤਾ ਵੀ ਸਾਡੀ ਸਮਕਾਲੀ ਸੱਭਿਅਤਾ ਸੀ। ਤਾਂ ਇਹ ਤਿੰਨ ਪ੍ਰਮੁੱਖ ਤੌਰ 'ਤੇ ਸੱਭਿਅਤਾਵਾਂ ਨੇ ਜੋ ਸਾਡੇ ਸਮਕਾਲੀ ਸੱਭਿਅਤਾਵਾਂ ਸੀਗੀਆਂ। ਠੀਕ ਹੈ ਜੀ, ਇਹਨਾਂ ਨੂੰ ਨੋਟ ਕਰੋ। ਅੱਗੇ ਚੱਲਦੇ ਹਾਂ ਆਪਾਂ। ਹਾਂਜੀ, ਹੋ ਗਿਆ ਜੀ ਕਲੀਅਰ। ਚਲੋ ਜੀ ਨੈਕਸਟ ਜੀ, ਟਾਈਮ ਪੀਰੀਅਡ।
ਸਮਾਂ ਕਾਲ, ਇਹ ਸੱਭਿਅਤਾ ਕਦੋਂ ਸੀ? ਦੇਖੋ ਵੈਸੇ ਤਾਂ ਆਪਾਂ ਬਾਕੀ ਨਾਵਾਂ 'ਚ ਜਾਵਾਂਗੇ ਨਹੀਂ, ਕਿਉਂਕਿ ਜਿਹੜਾ ਸਾਡਾ ਸਿਲੇਬਸ ਜਾਂ ਜਿਸ ਕੰਟੈਂਟ ਨੂੰ ਅਸੀਂ ਫੋਲੋ ਕਰ ਰਹੇ ਹਾਂ ਉਹਦੇ 'ਚ ਇੱਕ ਹੀ ਸਮਾਂ ਕਾਲ ਆਉਂਦਾ 2500 ਤੋਂ 1750 BC। 2500 ਤੋਂ 1750 BC ਜਿਹੜਾ ਇਹ ਸਮਾਂ ਕਾਲ ਆ, ਇਹਨੂੰ ਜਿਹੜਾ ਬਿਲਕੁਲ ਤੁਸੀਂ ਕਹਿ ਸਕਦੇ ਹੋ ਕਿ ਇੱਕ ਐਵਰੇਜ ਕੱਢ ਕੇ ਸਮਾਂ ਕਾਲ ਜਿਸ ਨਾਲ ਸਾਰੇ ਇਤਿਹਾਸਕਾਰ ਇੱਕ ਮਤ ਨੇ। ਪਰ ਵੈਸੇ ਸਮਾਂ ਕਾਲ ਡਿਫਰੈਂਟ ਲੋਕਾਂ ਨੇ ਦਿੱਤਾ ਹੋਇਆ, ਕੋਈ 3200 ਤੋਂ 1500 ਕਹਿੰਦਾ, ਕੋਈ 3500 ਤੋਂ 2000 ਕਹਿੰਦਾ, ਕੋਈ ਜਿਹੜਾ ਹੈਗਾ 2500 ਤੋਂ 1000 ਕਹਿੰਦਾ, ਵਗੈਰਾ ਵਗੈਰਾ ਵਗੈਰਾ। ਪਰ ਇਹ ਜਿਹੜੀ ਸੱਭਿਅਤਾ ਇਹ ਇਸ ਸਮਾਂ ਕਾਲ ਨੂੰ ਤੁਸੀਂ ਸਹੀ ਮੰਨ ਕੇ ਚੱਲੋਗੇ ਤੇ ਇਸ ਸਮੇਂ ਦੇ ਦੌਰਾਨ ਜਿਹੜੀ ਹੈਗੀ ਆ ਉੱਨਤੀ ਕੀਤੀ ਹੋਈ ਇਹ ਸੱਭਿਅਤਾ ਹੈ। ਅੱਗੇ ਚੱਲਦੇ ਹਾਂ ਜੀ। ਹੁਣ ਇੱਕ ਚੀਜ਼ ਤੁਸੀਂ ਹੋਰ ਕਰਨੀ ਆ ਜਿਹਦੀ ਆਪਾਂ ਕੱਲ੍ਹ ਗੱਲ ਕੀਤੀ ਸੀ ਕਿ ਜੇ ਪੇਪਰ ਔਖਾ ਆਉਂਦਾ ਤਾਂ ਔਖੇ ਪੇਪਰ ਦੇ ਵਿੱਚ ਜਿਹੜਾ ਹੈਗਾ ਤੁਸੀਂ ਇਸ ਚੀਜ਼ ਨੂੰ ਕੁਝ ਕੁਐਸਚਨਸ ਐਸੇ ਨੇ ਜਿਹੜੇ ਸਾਨੂੰ ਔਖੇ ਪੇਪਰ ਦੇ ਵਿੱਚ ਆ ਸਕਦੇ ਨੇ, ਸਿੰਪਲ ਪੇਪਰ ਦੇ ਵਿੱਚ ਤਾਂ ਉਹ ਨਹੀਂ ਆਉਣਗੇ। ਉਹ ਕੁਐਸਚਨਸ ਕਿਹੜੇ ਨੇ ਜੀ, ਉਹਦੀ ਗੱਲ ਕਰਦੇ ਹਾਂ ਆਪਾਂ। ਉਹ ਹੈਗਾ ਜੀ ਰੀਜਨ ਆਫ ਇੰਡਸ ਵੈਲੀ ਸਿਵਲਾਈਜੇਸ਼ਨ ਹੋਂਦ 'ਚ ਕਿਵੇਂ ਆਈ? ਵੱਖ-ਵੱਖ ਲੋਕਾਂ ਦੇ ਵੱਖ-ਵੱਖ ਵਿਚਾਰ ਨੇ। ਕੋਈ ਕਹਿੰਦੇ ਜੀ ਇਹ ਜਿਹੜੇ ਪੱਥਰ ਯੁੱਗ ਦੇ ਇੰਡੀਅਨ ਲੋਕ ਸੀ ਉਹਨਾਂ ਨੇ ਹੀ ਇਹ ਸਿਵਲਾਈਜੇਸ਼ਨ ਬਣਾਈ ਸੀ। ਕੋਈ ਕਹਿੰਦੇ ਜੀ ਇਹ ਮੈਸੋਪੋਟਾਮੀਆ ਦੀ ਬਸਤੀ ਸੀ, ਮੈਸੋਪੋਟਾਮੀਆ ਦੇ ਲੋਕਾਂ ਨੇ ਆ ਕੇ ਸਿਵਲਾਈਜੇਸ਼ਨ ਬਣਾਈ। ਕੋਈ ਕਹਿੰਦੇ ਜੀ ਆਰੀਅਨਸ ਨੇ ਬਣਾਈ, ਕੋਈ ਕਿਵੇਂ। ਤਾਂ ਇਸ ਕਨਸੈਪਟ ਨੂੰ ਸਮਝਣ ਲਈ ਸਾਨੂੰ ਕੁਝ ਕੁ ਨਾਵਾਂ ਦਾ ਧਿਆਨ ਰੱਖਣਾ ਚਾਹੀਦਾ। ਜੇ ਪੇਪਰ ਔਖਾ ਆ ਜਾਂਦਾ ਤਾਂ ਇਹ ਜ਼ਰੂਰੀ ਆ ਕਿ ਤੁਸੀਂ ਇਸ ਚੀਜ਼ ਇਹ ਜਿਹੜੇ ਨਾਮ ਨੇ ਉਹ ਧਿਆਨ 'ਚ ਰੱਖਣੇ ਆ। EGH ਮੱਕਾਏ, ਮੱਕਾਏ ਕੀ ਕਹਿੰਦਾ ਬਾਈ? ਮੱਕਾਏ ਕਹਿੰਦਾ ਜੀ ਇਹ ਮਾਈਗ੍ਰੇਸ਼ਨ ਆਫ ਸੁਮੇਰੀਅਨ ਸੀਗੇ ਜੀ। ਸੁਮੇਰੀਅਨ ਮਤਲਬ ਜਿਹੜੇ ਮੈਸੋਪੋਟਾਮੀਆ ਦਾ ਇੱਕ ਹਿੱਸਾ, ਜਿਵੇਂ ਕਿ ਇੰਡੀਆ ਦੇ ਵਿੱਚੋਂ ਪੰਜਾਬ ਇੱਕ ਹਿੱਸਾ, ਉੱਥੋਂ ਆਏ ਹੋਏ ਲੋਕਾਂ ਨੇ ਸੱਭਿਅਤਾ ਵਸਾਈ ਸੀ ਅਕੋਰਡਿੰਗ ਟੂ ਮੱਕਾਏ। ਇਹਨੂੰ ਨੋਟ ਕਰਨਾ। ਅੱਗੇ ਗੱਲ ਕਰਦੇ ਹਾਂ ਜੀ ਆਪਾਂ ਜੌਨ ਮਾਰਸ਼ਲ। ਇਹ ਇੰਪੋਰਟੈਂਟ ਆ ਕਿਉਂਕਿ ਇਹੀ ASI ਦਾ ਹੈੱਡ ਸੀ। ਇਹ ਕੀ ਕਹਿੰਦਾ ਜੀ? ਕਲੋਨੀ ਆਫ ਮੈਸੋਪੋਟਾਮੀਆ। ਕਲੋਨੀ ਆਫ ਮੈਸੋਪੋਟਾਮੀਅਨ। ਜੌਨ ਮਾਰਸ਼ਲ ਕਹਿੰਦਾ ਵੀ ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ ਸੀ ਬੇਸਿਕਲੀ ਇਹ ਕਲੋਨੀ ਸੀਗੀ ਮੈਸੋਪੋਟਾਮੀਆ ਵਾਲੇ ਲੋਕਾਂ ਦੀ। ਕਲੋਨੀ ਸਮਝਦੇ ਹੋ ਨਾ, ਜਿਵੇਂ ਕਿ ਕਿਸੇ ਟਾਈਮ ਇੰਡੀਆ ਬ੍ਰਿਟਿਸ਼ ਲੋਕਾਂ ਦੀ ਕਲੋਨੀ ਸੀ। ਕਲੋਨੀ ਹੁੰਦਾ ਬਸਤੀਵਾਦ, ਜਦੋਂ ਇੱਕ ਦੇਸ਼ ਦੂਜੇ ਦੇਸ਼ਾਂ 'ਤੇ ਕਬਜ਼ਾ ਕਰਕੇ ਉੱਥੇ ਆਪਦੀਆਂ ਬਸਤੀਆਂ ਵਸਾ ਲੈਂਦਾ ਤਾਂ ਉਹਨੂੰ ਕਲੋਨਲਿਜ਼ਮ ਬੋਲਦੇ ਹਾਂ ਅਸੀਂ। ਤਾਂ ਅਕੋਰਡਿੰਗ ਟੂ ਜੌਨ ਮਾਰਸ਼ਲ ਉਹ ਕਹਿੰਦਾ ਵੀ ਇਹ ਕਲੋਨੀ ਸੀਗੀ ਮੈਸੋਪੋਟਾਮੀਆ ਦੇ ਲੋਕਾਂ ਦੀ। ਅਮਲਾਨੰਦ ਘੋਸ਼, ਅਮਲਾਨੰਦ ਘੋਸ਼ ਕੀ ਕਹਿੰਦਾ? ਉਹ ਕਹਿੰਦਾ ਵੀ ਇਹ ਮੈਚੋਰੇਸ਼ਨ ਆਫ ਸਟੋਨ ਏਜ ਸੀ ਜੀ। ਮਤਲਬ ਕਿ ਅਮਲਾਨੰਦ ਘੋਸ਼ ਇਹ ਗੱਲ ਕਹਿ ਰਿਹਾ ਕਿ ਜਿਹੜੇ ਸਟੋਨ ਏਜ ਦੇ ਲੋਕ ਸੀ ਨਾ, ਜੋ ਸਟੋਨ ਏਜ ਦੇ ਲੋਕ ਸੀ ਉਹੀ ਮੈਚੋਰ ਹੋ ਗਏ ਸੀਗੇ, ਉਹਨਾਂ ਨੇ ਹੀ ਡਿਵੈਲਪਮੈਂਟ ਕੀਤੀ ਸੀ ਤੇ ਉਹੀ ਡਿਵੈਲਪ ਹੋ ਕੇ ਜਿਹੜੇ ਹੈਗੇ ਆ ਇੱਕ ਸਿਵਲਾਈਜੇਸ਼ਨ ਦੇ ਰੂਪ 'ਚ ਆ ਗਏ ਸੀਗੇ। SR ਰਾਓ ਕਹਿੰਦਾ ਵੀ ਭਾਈ ਇਹ ਆਰੀਅਨ ਸੀਗੇ ਜੀ। SR ਰਾਓ ਕੀ ਕਹਿ ਰਿਹਾ? SR ਰਾਓ ਕਹਿੰਦਾ ਜੀ ਇਹ ਆਰੀਅਨ ਸੀ, ਇਹ ਆਰੀਅਨ ਸੀਗੇ। ਕਿਉਂਕਿ ਵੈਸੇ ਤਾਂ ਆਪਾਂ ਕਨਸੈਪਟ ਕੀ ਪੜ੍ਹਦੇ ਹਾਂ ਕਿ ਆਰੀਅਨਸ ਨੂੰ ਜਦੋਂ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਅੰਤ ਹੁੰਦਾ ਤਾਂ ਆਰੀਅਨਸ ਵੀ ਉਹਦਾ ਇੱਕ ਕਾਰਨ ਬਣਦੇ ਨੇ। ਆਪਾਂ ਕਿਤਾਬਾਂ 'ਤੇ ਆਮ ਪੜ੍ਹਦੇ ਹਾਂ ਤੇ ਫਿਰ ਉਸ ਤੋਂ ਅੱਗੇ ਉਹ ਵੈਦਿਕ ਇਰਾ ਜਿਹੜੀ ਸਿਵਲਾਈਜੇਸ਼ਨ ਆ ਉਹਨੂੰ ਚਲਾਉਂਦੇ ਨੇ ਆਰੀਅਨਸ, ਹੈ ਨਾ, ਆਪਾਂ ਇਹੀ ਪੜ੍ਹਦੇ ਹਾਂ। ਪਰ ਇਸ ਸਿਵਲਾਈਜੇਸ਼ਨ ਨੂੰ ਲੈ ਕੇ ਵੀ ਇਤਿਹਾਸਕਾਰਾਂ ਦੇ ਵੱਖ-ਵੱਖ ਮਤ ਨੇ। ਤਾਂ SR ਰਾਓ ਕੀ ਕਹਿ ਰਿਹਾ?
SR ਰਾਓ ਇਹ ਕਹਿ ਰਿਹਾ ਕਿ ਇਹ ਸਿਵਲਾਈਜੇਸ਼ਨ ਆ ਨਾ ਜਿਹੜੀ ਆਰੀਅਨਸ ਨੇ ਹੀ ਬਣਾਈ ਸੀਗੀ। ਮਤਲਬ ਕਿ ਆਰੀਅਨਸ ਅਸੀਂ ਕਿੱਥੋਂ ਮੰਨਦੇ ਹਾਂ ਕਿ ਕਿੱਥੋਂ ਆਏ ਆ? ਆਰੀਅਨਸ ਮਿਡ ਈਸਟ ਤੋਂ ਆਏ ਨੇ, ਹੈ ਨਾ, ਮੱਧ ਏਸ਼ੀਆ ਤੋਂ ਆਏ ਨੇ। ਤਾਂ ਉੱਥੋਂ ਹੀ ਇਹ ਗੱਲ ਇਹ ਜਿਹੜਾ SR ਰਾਓ ਵੀ ਸੇਮ ਗੱਲ ਕਹਿ ਰਿਹਾ। ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਕਈ ਸਾਰੇ, ਇੱਕ ਜਿਵੇਂ ਸਟੂਅਰਟ ਪਿਗਟ, ਚਲੋ ਉਹ ਵੀ ਤੁਸੀਂ ਲਿਖ ਸਕਦੇ ਹੋ। ਜਿਹਦੀ ਆਪਾਂ ਹੁਣੇ ਗੱਲ ਕੀਤੀ ਹੈ, ਜਿਸ ਨੇ ਇਹ ਕਹਿੰਦਾ ਵੀ ਬਲੋਚ ਸੀ ਜੀ। ਇਹ ਬਲੋਚ ਮਤਲਬ ਕਿ ਅਫਗਾਨਿਸਤਾਨ ਪਾਕਿਸਤਾਨ ਵਾਲਾ ਇਲਾਕਾ ਜਿਹੜਾ ਈਰਾਨੀ ਬਲੋਚ, ਈਰਾਨੀ ਵੀ ਲਿਖ ਸਕਦੇ ਹੋ ਨਾਲ ਤੁਸੀਂ ਇਹਨੂੰ। ਉਹ ਕਹਿੰਦਾ ਵੀ ਇਹ ਜਿਹੜਾ ਕਲਚਰ ਮਿਲਿਆ ਨਾ ਸਾਰਾ, ਇਹ ਈਰਾਨੀ ਤੇ ਬਲੋਚ ਕਲਚਰ ਮੇਰੇ ਇੱਥੇ ਬਲੋਚ ਸੀ। ਬਲੋਚਿਸਤਾਨ ਪਾਕਿਸਤਾਨ ਦਾ ਜਿਹੜਾ ਈਰਾਨ ਨਾਲ ਲੱਗਦਾ ਇਲਾਕਾ ਉਹ ਬਲੋਚਿਸਤਾਨ ਆ। ਤਾਂ ਉਹ ਕਹਿੰਦਾ ਵੀ ਭਾਈ ਇਹ ਬਲੋਚ ਸੀਗੇ। ਤਾਂ ਇਸ ਤਰੀਕੇ ਨਾਲ ਵੱਖ-ਵੱਖ ਇਤਿਹਾਸਕਾਰਾਂ ਨੇ ਆਪਦੇ ਮਤ ਦਿੱਤੇ ਨੇ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਲੋਕ ਕਿੱਥੋਂ ਆਏ ਜਾਂ ਉਹ ਕਿਸ ਤਰੀਕੇ ਨਾਲ ਹੋਂਦ ਦੇ ਵਿੱਚ ਆਏ ਸੀ। ਤਾਂ ਚਲੋ ਜੀ, ਅੱਜ ਦਾ ਅਸੀਂ ਇੱਥੇ ਕਰਦੇ ਹਾਂ ਲੈਕਚਰ ਸਾਡਾ ਖਤਮ। ਤੇ ਅਸੀਂ ਕੱਲ੍ਹ ਵਾਲੇ ਲੈਕਚਰ ਦੇ ਵਿੱਚ ਅਸੀਂ ਕੀ ਗੱਲ ਕਰਾਂਗੇ ਕਿ ਕਿਹੜੀ ਜਗ੍ਹਾ ਤੋਂ ਸਾਨੂੰ ਕੀ ਮਿਲਿਆ, ਕਿਹੜੀ ਜਗ੍ਹਾ ਤੋਂ ਸਾਨੂੰ ਕੀ ਮਿਲਿਆ, ਸਾਈਟਸ ਕਿਹੜੀਆਂ ਨੇ ਇੰਡਸ ਵੈਲੀ ਸਿਵਲਾਈਜੇਸ਼ਨ ਦੀਆਂ। ਤਾਂ ਚਲੋ ਅੱਜ ਦੇ ਲੈਕਚਰ ਦੇ ਵਿੱਚ ਅਸੀਂ ਇਸ ਲੈਕਚਰ ਨੂੰ ਕਰੀਏ ਅੰਤ। ਤਾਂ ਅਸੀਂ ਅੱਜ ਕੀ ਪੜ੍ਹਿਆ? ਅਸੀਂ ਇੰਡਸ ਵੈਲੀ ਸਿਵਲਾਈਜੇਸ਼ਨ ਨਾਲ ਜੁੜੀਆਂ ਹੋਈਆਂ ਬੇਸਿਕ ਜਾਣਕਾਰੀ ਪੜ੍ਹੀ। ਸਭ ਤੋਂ ਪਹਿਲਾਂ ਤਾਂ ਅਸੀਂ ਇਹਦੇ 'ਚ ਇਹ ਪੜ੍ਹਿਆ ਕਿ ਸਿਵਲਾਈਜੇਸ਼ਨ ਦੀ ਅਸਲ ਦੇ ਵਿੱਚ ਖੋਜ ਹੋਈ ਕਿਵੇਂ, ਉਹ ਕੀ ਰਸਤਾ ਸੀ। ਤਾਂ ਉਹ 1826 'ਚ ਚਾਰਲਸ ਮੈਸਨ ਤੋਂ ਲੈ ਕੇ ਗੱਲ ਇਹ ਚੱਲਦੀ ਹੈ ਜੌਨ ਮਾਰਸ਼ਲ ਤੱਕ ਤੇ RD ਬੈਨਰਜੀ ਤੱਕ। ਉਸ ਤੋਂ ਬਾਅਦ ਇੱਕ ਸਫ਼ਰ ਚੱਲ ਪੈਂਦਾ ਜਿਸ 'ਚ ਬਹੁਤ ਸਾਰੀਆਂ ਖੋਜਾਂ ਹੋਈਆਂ। ਫਿਰ ਅਸੀਂ ਪੜ੍ਹਿਆ ਕਿ ਇਹਦੇ ਨਾਮ ਕਿਉਂ ਦਿੱਤੇ ਗਏ ਨੇ, ਕੀ ਰੀਜ਼ਨ ਆ ਉਹਨਾਂ ਪਿੱਛੇ। ਫਿਰ ਅਸੀਂ ਪੜ੍ਹਿਆ ਕਿ ਇਹ ਸਿਵਲਾਈਜੇਸ਼ਨ ਦਾ ਖੇਤਰਫਲ ਕੀ ਹੈ। ਤਾਂ ਖੇਤਰਫਲ 'ਚ ਆਪਾਂ ਗੱਲ ਕੀ ਕੀਤੀ? ਮਾਂਡਾ, ਇਹ ਲਿਖ ਲਿਓ ਤੁਸੀਂ, ਨਾਰਥ ਮਤਲਬ ਕਿ ਉੱਤਰ 'ਚ ਮਾਂਡਾ, ਪੂਰਬ 'ਚ ਆਲਮਗੀਰਪੁਰ, ਦੱਖਣ 'ਚ ਦਾਇਮਾਬਾਦ ਤੇ ਪੱਛਮ ਦੇ ਵਿੱਚ ਸੁਖਤਾ ਜੈਂਡਰ। ਇਹ ਪੂਰਬ ਪੱਛਮ ਨਹੀਂ ਸੀ ਆਪਾਂ ਲਿਖਿਆ, ਵੈਸੇ ਤੁਸੀਂ ਸਮਝਦੇ ਹੋ। ਦੱਖਣ ਦੇ ਵਿੱਚ ਦਾਇਮਾਬਾਦ, ਪੂਰਬ ਦੇ ਵਿੱਚ ਆਲਮਗੀਰਪੁਰ ਤੇ ਉੱਤਰ ਦੇ ਵਿੱਚ ਮਾਂਡਾ। ਇਹਨੂੰ ਥੋੜਾ ਨੋਟ ਕਰ ਲਿਓ। ਉੱਤਰ ਦੇ ਵਿੱਚ ਮਾਂਡਾ, ਦੱਖਣ ਦੇ ਵਿੱਚ ਦਾਇਮਾਬਾਦ, ਪੂਰਬ ਦੇ ਵਿੱਚ ਆਲਮਗੀਰਪੁਰ ਤੇ ਪੱਛਮ ਦੇ ਵਿੱਚ ਸੁਖਤਾ ਜੰਡਿਆਰ। ਠੀਕ ਹੈ ਜੀ। ਤਾਂ ਅਸੀਂ ਇਹ ਚੀਜ਼ ਪੜ੍ਹੀ ਕਿ ਇਹਦਾ ਕੀ ਖੇਤਰਫਲ ਆ। ਖੇਤਰਫਲ ਦੇ ਨਾਲ ਦੋ ਰਾਜਧਾਨੀਆਂ ਜਿਹੜੀਆਂ ਮੰਨੀਆਂ ਜਾਂਦੀਆਂ ਨੇ ਸਟੂਅਰਟ ਪਿੰਗਟ ਦੇ ਅਕੋਰਡਿੰਗ, ਉਹ ਹੈ ਜੀ ਮੋਹਨਜਦਾਰੋ ਤੇ ਹੜੱਪਾ, ਜਿਹਨੂੰ ਟਵਿਨ ਸਿਟੀਜ਼ ਵੀ ਕਹਿੰਦੇ ਆਪਾਂ। ਫਿਰ ਇਸ ਤੋਂ ਅੱਗੇ ਆਪਾਂ ਗੱਲ ਕੀਤੀ ਕਿ ਇਹਦਾ ਸਮਾਂ ਕਾਲ ਕੀ ਸੀ, ਕਿਹੜੇ ਟਾਈਮ ਪੀਰੀਅਡ 'ਚ ਸੀ ਇਹ। ਤਾਂ ਟਾਈਮ ਪੀਰੀਅਡ ਕੀ ਸੀ? 2500 ਤੋਂ ਲੈ ਕੇ 1750 BC ਦਾ ਸਮਾਂ ਸੀਗਾ ਜੀ। ਫਿਰ ਅਸੀਂ ਗੱਲ ਕੀਤੀ ਜੀ ਇਹਦੇ ਨਾਲ ਸਮਕਾਲੀ ਸੱਭਿਅਤਾਵਾਂ ਕਿਹੜੀਆਂ ਨੇ। ਇਹਦੇ ਨਾਲ ਮੈਸੋਪੋਟਾਮੀਆ, ਚੀਨ ਦੀ ਸੱਭਿਅਤਾ, ਮਿਸਰ ਦੀ ਸੱਭਿਅਤਾ, ਇਹ ਸਮਕਾਲੀ ਸੱਭਿਅਤਾਵਾਂ ਸੀ। ਫਿਰ ਅਸੀਂ ਲਾਸਟ ਤੇ ਗੱਲ ਕੀਤੀ ਕਿ ਜੀ ਇਸ ਸੱਭਿਅਤਾ ਨਾਲ ਸੰਬੰਧਿਤ ਲੋਕਾਂ ਦੇ ਕੀ ਵਿਚਾਰ ਨੇ ਕਿ ਇਹ ਸੱਭਿਅਤਾ ਕਿੱਥੋਂ ਆਏ, ਲੋਕ ਕੌਣ ਸੀ ਇਹ। ਤਾਂ ਉਹਦੇ 'ਚ ਅਸੀਂ ਵੱਖ-ਵੱਖ ਇਤਿਹਾਸਕਾਰਾਂ ਦੇ ਮਤ ਪੜ੍ਹੇ ਕਿ ਭਾਈ ਇਹ ਲੋਕ ਕਿੱਥੋਂ ਆਏ ਸੀ। ਤਾਂ ਅੱਜ ਦਾ ਲੈਕਚਰ ਇੱਥੇ ਸਾਡਾ ਸਮਾਪਤ ਆ। 13 ਲੱਖ ਵਰਗ ਕਿਲੋਮੀਟਰ ਦੇ ਇਲਾਕੇ 'ਚ ਫੈਲੀ ਇਹ ਸੱਭਿਅਤਾ ਬਾਰੇ ਅਸੀਂ ਅੱਗੇ ਗੱਲਾਂ ਕਰਦੇ ਰਹਾਂਗੇ। ਕੱਲ੍ਹ ਵਾਲੇ ਲੈਕਚਰ 'ਚ ਅਸੀਂ ਗੱਲ ਕਰਨੀ ਆ ਕਿ ਕਿਹੜੇ ਇੰਪੋਰਟੈਂਟ ਸਾਈਟਸ ਜਾਂ ਸਥਾਨ ਨੇ ਜਿੱਥੋਂ ਇਸ ਸੱਭਿਅਤਾ ਨਾਲ ਸੰਬੰਧਿਤ ਸਾਨੂੰ ਵੱਖ-ਵੱਖ ਜਗ੍ਹਾਵਾਂ ਚੀਜ਼ਾਂ ਮਿਲੀਆਂ ਨੇ, ਹੈ ਨਾ, ਵੱਖ-ਵੱਖ ਸਮਾਨ ਮਿਲਿਆ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਤੇ ਐਸੇ ਤਰੀਕੇ ਨਾਲ ਆਪਾਂ ਸਿਲੇਬਸ 'ਚ ਅੱਗੇ ਵਧਦੇ ਜਾਵਾਂਗੇ। ਤਾਂ ਅੱਜ ਲਈ ਕਾਫੀ ਹੈ ਜੀ ਇੰਨਾ। ਸ਼ੁਕਰੀਆ, ਮਿਹਰਬਾਨੀ, ਥੈਂਕ ਯੂ।